सरकार बार बार साडियां भावनावां नाल खिलवाड़ करती है। भगवान वाल्मीकि जी महाराज के पवित्र तीरथ की बेअदबी करती है। जो सरकार नहीं साम सकती, तीरथ की नहीं देखभाल कर सकती, सरकार को नहीं टाइम हैगा, इस समाज के हवाले कर दे भी कद लिए समाज में दुख दिंदी होगी है। सत श्री अकाल, नमस्कार, आदाब। तुम देख रहे हो V24 TV ਤੇ मैं अभी केसर एक बार फिर तो ਤੁਹਾਡੇ ਨਾਲ ਲੈ ਕੇ ਆਇਆ शो कौमी विचार, ਜਿਹਦੇ ਵਿੱਚ ਆਪਾਂ ਹਰ ਵਾਰ ਕਿਸੇ ਨਾ ਕਿਸੇ ਸ਼ਖਸੀਅਤ ਨੂੰ ਬੁਲਾਉਂਦੇ ਆ, ਆਗੂ ਨੂੰ ਬੁਲਾਉਂਦੇ ਆ, ਸੋ ਦੈਟ ਸਾਨੂੰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨਹੀਂ ਪਤਾ, ਸਾਨੂੰ ਕਾਮਨ ਪਰਸਨ ਹੋ ਕੇ ਆਮ ਜਨਤਾ ਨੂੰ ਨਹੀਂ ਗੱਲਾਂ ਦਾ ਪਤਾ ਜਾਂ ਡੂੰਘਾਈ ਵਾਲੀ ਗੱਲਾਂ ਦਾ ਨਹੀਂ ਪਤਾ। ਇਸ ਲਈ ਅਸੀਂ ਆਪਣੇ ਸ਼ੋਅ ਦੇ ਵਿੱਚ ਕਿਸੇ ਨਾ ਕਿਸੇ ਸ਼ਖਸੀਅਤ ਨੂੰ ਬੁਲਾਉਂਦੇ ਆ, ਉੱਚੀ ਪਰਸਨੈਲਿਟੀ ਨੂੰ ਬੁਲਾਉਂਦੇ, ਸੋ ਦੈਟ ਕਿ ਸਾਨੂੰ ਉਹਨਾਂ ਗੱਲਾਂ ਦੇ ਬਾਰੇ, ਉਹਨਾਂ ਦੀ ਗਹਿਰਾਈ ਬਾਰੇ ਪਤਾ ਚੱਲੇ ਜੋ ਸ਼ਾਇਦ ਸਾਨੂੰ ਨਹੀਂ ਪਤਾ। ਤੇ ਅੱਜ ਸਾਡੇ ਵਿਚਕਾਰ ਨੇ ਜੀ ਬਾਲ ਜੋਗੀ ਪ੍ਰਗਟ ਨਾਥ ਜੀ, ਤੇ ਉਹਨਾਂ ਨਾਲ ਗੱਲਬਾਤ ਕਰਾਂਗੇ। ਤੇ ਅੱਜ ਅਸੀਂ ਜੋ ਗੱਲਬਾਤ ਕਰਨ ਜਾ ਰਹੇ ਹਾਂ ਵਾਲਮੀਕੀ ਆਸ਼ਰਮ, ਪ੍ਰਭੂ ਵਾਲਮੀਕੀ ਆਸ਼ਰਮ ਅੰਮ੍ਰਿਤਸਰ ਬਾਰੇ, ਕਿ ਉਸ ਤੋਂ ਬਾਅਦ ਹੁਣ ਜੋ ਪ੍ਰੋਸੈਸ ਚੱਲ ਰਿਹਾ ਵਾਲਮੀਕੀ ਆਸ਼ਰਮ ਦਾ, ਉਹਦੇ ਵਿੱਚ ਕਈ ਹਾਲੇ ਮੁਸ਼ਕਿਲਾਂ ਚੱਲ ਰਹੀਆਂ ਨੇ, ਤਾਂ ਉਹਨਾਂ ਬਾਰੇ ਆਪਾਂ ਬਾਬਾ ਜੀ ਨਾਲ ਸਾਰਾ ਡਿਸਕਸ ਕਰਾਂਗੇ। ਬਾਬਾ ਜੀ, ਸਭ ਤੋਂ ਪਹਿਲਾਂ ਤਾਂ ਜੈ ਵਾਲਮੀਕੀ, ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਸਾਡੇ ਇੱਕ ਵਾਰ ਬੁਲਾਵੇ ਤੇ ਤੁਸੀਂ ਸਾਡੇ ਸਟੂਡੀਓ ਆ ਗਏ ਹੋ। ਇਹ ਧੰਨ ਪਾ ਕੇ ਸਾਡੇ ਬਾਬਾ ਜੀ। ਕੋਈ ਪ੍ਰੋਬਲਮ ਨਹੀਂ ਜੀ। ਤੇ ਬਾਬਾ ਜੀ, ਜਿਹੜੀ ਆਪਾਂ ਅੱਜ ਡਿਸਕਸ ਕਰਨ ਜਾ ਰਹੇ ਹਾਂ ਵਾਲਮੀਕੀ ਆਸ਼ਰਮ ਬਾਰੇ, ਇਹ ਜੋ ਪਹਿਲਾਂ ਤੇ ਕਾਫੀ ਟਾਈਮ ਆਪਾਂ ਮਤਲਬ ਕੋਰਟ ਦੇ ਵਿੱਚ ਕੇਸ ਲੜਦੇ ਰਹੇ, ਉਸ ਤੋਂ ਬਾਅਦ ਇੱਕ ਜਿੱਤ ਹਾਸਲ ਹੋਈ, ਲੇਕਿਨ ਹਾਲੇ ਵੀ ਬਹੁਤ ਸਾਰੀਆਂ ਪ੍ਰੋਬਲਮਸ ਨੇ, ਬਹੁਤ ਸਾਰੀਆਂ ਮਤਲਬ ਇਹਦੇ ਵਿੱਚ ਰੁਕਾਵਟਾਂ ਨੇ ਜਿਹੜੀ ਸ਼ਾਇਦ ਸਰਕਾਰ ਉਹਦੇ ਵਿੱਚ ਗੌਰ ਨਹੀਂ ਕਰਦੀ, ਜਾਂ ਸ਼ਾਇਦ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਹੈ ਹਾਲੇ ਵੀ। ਕਮੀ ਤਾਂ ਹੈ, ਜਿਸ ਤਰ੍ਹਾਂ ਪਿਛਲੀ ਸਰਕਾਰ ਵੇਲੇ ਪ੍ਰਭੂ ਵਾਲਮੀਕ ਜੀ ਮਹਾਰਾਜ ਦਾ ਜਿਹੜਾ ਤੀਰਥ ਹੈਗਾ, ਉਸ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ, ਬਹੁਤ ਹੀ ਸਿਆਣਪ ਨਾਲ ਇੱਕ ਭਵਯ ਰੂਪ ਦਿੱਤਾ ਗਿਆ। ਹਾਂ, ਬਹੁਤ ਸੁੰਦਰ ਮੰਦਰ ਬਣਾਇਆ ਗਿਆ। ਤੇ ਜਦੋਂ ਦੀ ਸਰਕਾਰ ਆਈ ਹੈ, ਕਾਂਗਰਸ ਪਾਰਟੀ ਆਈ ਹੈ, ਔਰ ਇਹਦੇ ਵਿੱਚ ਲਗਭਗ 9 MLA ਹੈਗੇ ਵਾਲਮੀਕੀ ਹੈਗੇ ਆ, ਔਰ ਇੰਨਾ ਕੁਛ ਹੁੰਦਿਆਂ ਹੋਇਆ ਵੀ ਸਰਕਾਰ ਨੇ ਨਾ ਤਾਂ ਕੋਈ ਵਾਲਮੀਕੀ ਉਸ ਟਾਈਮ ਮਿਨਿਸਟਰ ਬਣਾਇਆ, ਅਤੇ ਨਾ ਹੀ ਵਾਲਮੀਕੀ ਮਹਾਰਾਜ ਦੇ ਤੀਰਥ ਵੱਲ ਧਿਆਨ ਦਿੱਤਾ। ਇਹ ਗੌਰਮੈਂਟ ਦੀ ਬਹੁਤ ਜ਼ਿਆਦਾ, ਆਪਾਂ ਤਾਂ ਕਹਾਂਗੇ ਵੀ ਗਲਤੀ ਹੈਗੀ ਹੈ, ਇਸ 'ਚ ਗੌਰਮੈਂਟ ਫੇਲ ਹੈਗੀ ਹੈ, ਕਿਉਂਕਿ ਵਾਲਮੀਕੀ ਸਮਾਜ ਦੀ ਇੱਥੇ ਆਬਾਦੀ ਲਗਭਗ ਜਿਹੜੀ ਹੈਗੀ ਹੈ 40 ਤੋਂ 50 ਲੱਖ ਦੀ ਆਬਾਦੀ ਇੱਥੇ ਪੰਜਾਬ ਦੀ ਆਬਾਦੀ ਹੈਗੀ, ਜਿਹਦੇ ਵਿੱਚ ਐਡਾ ਵੱਡਾ ਸਮਾਜ ਹੈ, ਔਰ ਜਿਹਨੂੰ ਇਗਨੋਰ ਕਰਨਾ ਕਾਂਗਰਸ ਲਈ ਬਹੁਤ ਨੁਕਸਾਨਦਾਇਕ ਹੋਵੇਗਾ, ਕਿਉਂਕਿ ਭਗਵਾਨ ਵਾਲਮੀਕ ਜੀ ਮਹਾਰਾਜ ਜੀ ਦੀ ਨਾਲ ਇਹਨਾਂ ਦੀ ਆਸਥਾ ਜੁੜੀ ਹੈ। ਸਾਡੇ ਵੱਡੇ ਪੁਰਖੇ ਵੀ ਵਾਲਮੀਕ ਜੀ ਮਹਾਰਾਜ ਨੂੰ ਮੰਨਦੇ ਰਹੇ, ਅਤੇ ਉੱਥੇ ਜਿਹੜਾ ਮੰਦਰ ਬਣਿਆ ਪ੍ਰਭੂ ਵਾਲਮੀਕ ਜੀ ਮਹਾਰਾਜ ਦਾ, ਜਦੋਂ ਤੋਂ ਸਰਕਾਰ ਆਈ ਹੈ, ਉਹ ਤੋਂ ਲਾ ਕੇ ਕੋਈ ਨਾ ਕੋਈ ਘਟਨਾਵਾਂ ਉੱਥੇ ਵਾਪਰ ਰਹੀਆਂ। ਪਿਛਲੇ ਦਿਨੀ ਮਹਾਰਾਜ ਦੇ ਤੀਰਥ ਦੇ ਉੱਤੇ ਜਿਹੜਾ ਉੱਥੇ ਸਟਾਫ ਹੈਗਾ, ਜਿਹੜਾ ਉੱਥੇ ਡਿਊਟੀ ਕਰਦਾ ਹੈ, ਉਹ ਸਟਾਫ ਦੀ ਮੈਂ ਸੋਚਦਾ ਕੋਈ ਨਲਾਇਕੀ ਲੱਗਦੀ ਹੈ, ਜਾਂ ਵਾਲਮੀਕ ਸਮਾਜ ਦੇ ਬੰਦੇ ਉੱਥੇ ਨਹੀਂ ਲਾਏ ਗਏ, ਅਦਰ ਕਾਸਟਾਂ ਦੇ ਬੰਦੇ ਉੱਥੇ ਸਿਕਿਉਰਿਟੀ 'ਚ ਲਾਏ ਗਏ, ਜਿਹਦਾ ਕਰਕੇ ਪਿਛਲੇ ਦਿਨੀ ਮੰਦਰ ਦੇ ਵਿੱਚ ਅੱਗ ਲੱਗ ਗਈ, ਜਿਹਦੇ ਵਿੱਚ ਸਾਊਂਡ ਸਪੀਕਰ ਸੜ ਗਿਆ, ਅਤੇ ਹੋਰ ਵੀ ਮੰਦਰ ਦੇ ਵਿੱਚ ਉੱਥੇ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਕਮੀਆਂ ਨਜ਼ਰ ਆਉਂਦੀਆਂ ਹੈਗੀਆਂ। ਉਹ ਜਿਹੜੇ ਸਿਕਿਉਰਿਟੀ ਗਾਰਡ ਹੈਗੇ, ਉਹ ਵਾਲਮੀਕੀ ਲੱਗਣੇ ਚਾਹੀਦੇ, ਤਾਂ ਕਿ ਉਹਨਾਂ ਵਿੱਚ ਸ਼ਰਧਾ ਹੈਗੀ ਆ, ਉਹ ਭਗਵਾਨ ਵਾਲਮੀਕ ਜੀ ਮਹਾਰਾਜ ਜੀ ਨੂੰ ਮੰਨਦੇ ਹੈਗੇ ਆ, ਅਤੇ ਉਹ ਲਾਏ ਜਾਣੇ ਚਾਹੀਦੇ ਹੈਗੇ, ਤਾਂ ਕਿ ਇਹੋ ਜਿਹੀ ਘਟਨਾ ਨਾ ਵਾਪਰੇ, ਇਹੋ ਜਿਹਾ ਕੋਈ ਹਾਦਸਾ ਨਾ ਹੋਵੇ। ਕਿਉਂਕਿ ਉਹ ਮੰਦਰ ਜਿਹੜਾ ਹੈ, ਸਾਰੇ ਦੇਸ਼ ਦੀਆਂ ਭਾਵਨਾ ਜੁੜੀਆਂ ਹੈਗੀਆਂ, ਇਕੱਲਾ ਪੰਜਾਬੀਆਂ ਨਾਲ ਨਹੀਂ, ਦਿੱਲੀ, ਮਦਰਾਸ, ਕੈਨੇਡਾ, ਅਮਰੀਕਾ, ਕੈਨੇਡਾ, ਸਾਰੇ ਦੁਨੀਆ ਭਰ ਦੇ ਲੋਕ ਭਗਵਾਨ ਵਾਲਮੀਕ ਜੀ ਮਹਾਰਾਜ ਜੀ ਦੇ ਉਸ ਗੁਰਦਰਬਾਰ ਨਾਲ ਜੁੜੇ ਹੋਏ ਹੈ। ਸਰਕਾਰ ਨੂੰ ਚਾਹੀਦਾ ਹੈਗਾ ਕਿ ਇੱਥੋਂ ਦੀ ਰੱਖ ਰਖਾਅ ਜਿਹੜਾ ਹੈਗਾ, ਉਹ ਵਾਲਮੀਕ ਸਮਾਜ ਦੇ ਹੱਥ ਦੇਣਾ ਚਾਹੀਦਾ ਹੈ, ਤਾਂ ਕਿ ਜਦੋਂ ਮਤਲਬ ਇੱਕ ਡਿਊਟੀ ਮਿਲਦੀ ਹੈ, ਉਹਦੇ ਨਾਲ ਜਦੋਂ ਇੱਕ ਆਸਥਾ ਜੁੜ ਜਾਂਦੀ ਹੈ ਆਪਣੀ, ਤਾਂ ਫਿਰ ਆਪਾਂ ਡਿਊਟੀ ਨੂੰ ਇੱਕ ਬਹੁਤ ਵਧੀਆ ਤਰੀਕੇ ਨਾਲ ਨਿਭਾ ਲੈਂਦੇ ਹਾਂ। ਹਾਂ, ਨਿਭਾ ਲੈਂਦੇ ਹੈਗੇ ਆ। ਇੱਥੇ ਵਾਲਮੀਕ ਸਮਾਜ ਦੀ ਇੱਕ ਕਮੇਟੀ ਬਣਨੀ ਚਾਹੀਦੀ ਹੈ, ਜਿਹਦੇ ਵਿੱਚ ਸੰਤ ਮਹਾਤਮਾ ਵੀ ਹੋਣੇ ਚਾਹੀਦੇ ਹੈਗੇ ਆ। ਔਰ ਦੇਖੋ, ਮੰਦਰ ਬਣਾਉਣਾ ਜਾਂ ਮੰਦਰ ਦੀ ਦੇਖਭਾਲ ਕਰਨਾ ਹੈਗਾ, ਇਹ ਜਿਹੜਾ ਸਮਾਜ ਦੇ ਮਹਾਤਮਾ, ਜਿਹੜੇ ਸਮਾਜ ਦੇ ਧਾਰਮਿਕ ਆਗੂ ਹੈ, ਉਹਨਾਂ ਦਾ ਕੰਮ ਹੈਗਾ।
ਗੌਰਮੈਂਟਾਂ ਜਿਹੜੀਆਂ ਹੈਗੀਆਂ ਆਉਂਦੀ ਜਾਂਦੀਆਂ ਰਹਿੰਦੀਆਂ ਹੈਗੀਆਂ, ਪਰ ਇੱਦਾਂ ਹੈਗਾ ਵੀ ਜਿਹੜਾ ਗੁਰੂ ਮਹਾਰਾਜ ਦੀ ਬੇਅਦਬੀ ਹੋਣੀ ਹੈਗੀ ਹੈ, ਇਹਦੇ ਨਾਲ ਸਰਕਾਰ ਦੀ ਨਲਾਇਕੀ ਨਜ਼ਰ ਆਉਂਦੀ ਹੈ, ਸਰਕਾਰ ਦੀ ਘਾਟ ਨਜ਼ਰ ਆਉਂਦੀ ਹੈ। ਔਰ ਕੈਪਟਨ ਸਾਹਿਬ ਲਗਭਗ 5 ਸਾਲ ਪੂਰੇ ਹੋਣ ਵਾਲੇ ਹੈ ਅਤੇ ਬਿਲਕੁਲ ਕੋਈ ਧਿਆਨ ਨਹੀਂ ਦੇ ਰਿਹਾ ਮੰਦਰ ਵਾਲੇ ਪਾਸੇ ਵੱਲ ਬਾਬਾ ਜੀ ਦੇ, ਕਿਉਂਕਿ ਸਰੋਵਰ ਦੇ ਲਈ ਪਿਛਲੀ ਸਰਕਾਰ ਵੇਲੇ ਜਿਹੜਾ ਉੱਥੇ ਸਰੋਵਰ ਦਾ ਜਲ ਸਾਫ਼ ਕਰਨ ਵਾਸਤੇ ਟ੍ਰੀਟਮੈਂਟ ਪਲਾਂਟ ਲੱਗਣਾ ਸੀਗਾ, ਉਹ ਵੀ ਗੌਰਮੈਂਟ ਨੇ ਬਹੁਤ ਲੇਟ ਕੰਮ ਸਟਾਰਟ ਕੀਤਾ ਹੈਗਾ। ਫਿਰ ਉੱਥੇ ਇੱਕ 4ਵਾਂ ਗੁਰੂ ਮਹਾਰਾਜ ਜੀ ਦਾ ਹਿਸਟੋਰੀਕਲ ਹਿਸਟਰੀ ਦਾ ਕਾਰਜ ਹੋਣਾ ਸੀਗਾ, ਉਹ ਵੀ ਗੌਰਮੈਂਟ ਨਹੀਂ ਧਿਆਨ ਦੇ ਰਹੀ, ਉੱਧਰ ਵੀ ਹੈਗਾ। ਤੇ ਬਾਬਾ ਜੀ ਆਪਾਂ ਇੱਦਾਂ ਕਹਿ ਸਕਦੇ ਕਿ ਜਿਵੇਂ ਹੁਣ 2022 ਦੇ ਵਿੱਚ ਪੰਜਾਬ ਦੀਆਂ ਵੋਟਾਂ ਆਉਣੀਆਂ, ਇਲੈਕਸ਼ਨ ਆ ਰਹੇ ਨੇ, ਹੁਣ ਜਿਵੇਂ ਤੁਸੀਂ ਕਿਹਾ ਕਿ ਜਿਹੜਾ ਸਰੋਵਰ ਨੂੰ ਸਾਫ਼ ਕਰਨ ਵਾਲਾ ਪਲਾਂਟ ਜਿਹੜੀ ਕਾਰਵਾਈ ਹੁਣ ਸਟਾਰਟ ਹੋਈ ਹੈ, ਇੱਕ ਤਾਂ ਇਹ ਤਾਂ ਨਹੀਂ ਕਿ ਹੁਣ ਉਹਨਾਂ ਨੂੰ ਪਤਾ ਕਿ 2022 ਦੇ ਵਿੱਚ ਵੋਟਾਂ ਆਉਣ ਵਾਲੀਆਂ ਵਾ ਅਤੇ ਲੋਕਾਂ ਨੂੰ ਹੁਣ ਕੰਮ ਦਿਖਾ ਕੇ ਤਾਂ ਆਪਾਂ ਉਹਨਾਂ ਨੂੰ ਆਪਣੇ ਵੱਲ ਕਰ ਲਈਏ। ਹੈ ਤਾਂ ਇਹੀ ਗੱਲ ਹੈਗੀ ਹੈ, ਕਿਉਂਕਿ ਸਰਕਾਰ ਜਿਹੜੀ ਹੈ, ਕੋਈ ਵੀ ਸਰਕਾਰ ਇੱਥੇ ਆਉਂਦੀ ਹੈਗੀ ਹੈ, ਪਹਿਲਾਂ ਇਹ ਕਹਿੰਦੀ ਸੀ ਕਿ ਅਸੀਂ ਵਾਲਮੀਕ ਸਮਾਜ ਦੇ ਹੱਥੀਂ ਇਹ ਤੀਰਥ ਦੇਵਾਂਗੇ, ਕਿਉਂਕਿ ਉਦੋਂ ਨੋਟੀਫਿਕੇਸ਼ਨ ਦੇ ਵਿੱਚ ਪੰਜਾਬ ਸਰਕਾਰ ਕੈਪਟਨ ਨੇ ਕਿਹਾ ਸੀਗਾ ਕਿ ਜਦੋਂ ਸਾਡੀ ਸਰਕਾਰ ਬਣੇਗੀ ਅਸੀਂ ਵਾਲਮੀਕੀ ਤੀਰਥ ਵਾਲਮੀਕ ਸਮਾਜ ਦੇ ਹਵਾਲੇ ਕਰਾਂਗੇ ਹੈਗਾ, ਇਹਨਾਂ ਨੂੰ ਦੇਵਾਂਗੇ। ਪਰ ਇਹੋ ਜਿਹੀ ਗੱਲ ਕੋਈ ਕਦੀ ਕੈਪਟਨ ਸਾਹਿਬ ਨੇ ਕਦੇ ਐਲਾਨ ਨਹੀਂ ਕੀਤਾ, ਕਦੇ ਨਹੀਂ ਗੱਲ ਕੀਤੀ ਕਿ ਵਾਲਮੀਕ ਤੀਰਥ ਵਾਲਮੀਕ ਸਮਾਜ ਨੂੰ ਦਿੱਤਾ ਜਾਵੇ ਹੈਗਾ। ਫਿਰ ਉੱਥੋਂ ਦੀ ਕੋਈ ਦੇਖਭਾਲ ਵੀ ਨਹੀਂ ਕੀਤੀ ਹੈਗੀ। ਜਿਹੜੇ ਉੱਥੇ ਵਾਲਮੀਕੀ MLA ਹੈਗੇ ਆ, 4-5 MLA ਉਸ ਜਗ੍ਹਾ ਦੇ ਉੱਪਰ ਹੈਗਾ, ਉਹ ਵੀ ਬਿਲਕੁਲ ਧਿਆਨ ਨਹੀਂ ਦਿੰਦੇ ਉਹ ਤੀਰਥ ਵੱਲ ਹੈਗਾ, ਕਿਉਂਕਿ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਦੇ, ਕਿਉਂਕਿ ਸਾਰੇ ਜਿਹੜੇ MLA ਆ ਰਿਜ਼ਰਵ ਕੋਟੇ ਤੋਂ ਆਉਂਦੇ ਹੈਗੇ ਆ। ਜੇ ਰਿਜ਼ਰਵ ਕੋਟੇ ਤੋਂ ਆਉਂਦੇ ਆ ਤਾਂ ਉਹਨਾਂ ਨੂੰ ਚਾਹੀਦਾ ਹੈਗਾ ਕਿ ਸਮਾਜ ਦੀ ਵੀ ਅਤੇ ਸਮਾਜ ਦੇ ਧਾਰਮਿਕ ਸਥਾਨਾਂ ਦੀ ਵੀ ਦੇਖਭਾਲ ਕਰਨੀ ਚਾਹੀਦੀ ਹੈ ਕਿ ਜਿਸ ਸਮਾਜ ਦੇ ਵਿੱਚੋਂ ਅਸੀਂ ਆਏ ਹਾਂ ਉਹ ਸਮਾਜ ਦੇ ਧਾਰਮਿਕ ਆਗੂਆਂ ਦੀ ਵੀ ਗੱਲ ਸੁਣਨੀ ਚਾਹੀਦੀ ਹੈ ਅਤੇ ਸਮਾਜਿਕ ਬੰਦਿਆਂ ਦੀ ਵੀ ਗੱਲ ਸੁਣਨੀ ਚਾਹੀਦੀ ਹੈ, ਕਿਉਂਕਿ ਉਹ ਤੁਸੀਂ ਸਾਰੇ ਜਿਹੜੇ ਰਿਜ਼ਰਵ ਕੋਟੇ ਤੋਂ ਆਏ ਹੈਗੇ ਹੋ, ਇਸ ਕਰਕੇ ਉਹ ਜ਼ਿਆਦਾ ਧਿਆਨ ਨਹੀਂ ਦਿੰਦੇ ਸਮਾਜ ਦੇ ਕੰਮਾਂ ਵੱਲ ਹੈਗਾ। ਅਤੇ ਇਸ ਕਰਕੇ ਬਹੁਤ ਵੱਡਾ ਦੁੱਖ ਹੈਗਾ। ਉੱਥੇ ਦੁਕਾਨਾਂ 40-50 ਪਿਛਲੇ ਸਮੇਂ ਸ੍ਰੀ ਸਰਕਾਰ ਵੇਲੇ ਬਣੀਆਂ ਹੈਗੀਆਂ, ਉੱਦਾਂ ਹੀ ਖੜੀਆਂ ਹੈਗੀਆਂ, ਉਹਦਾ ਕਦੀ ਰੀਸੈਂਟ ਨਹੀਂ ਕੀਤਾ ਗਿਆ। ਇੱਕ ਉੱਥੇ ਰੈਸਟੋਰੈਂਟ ਬਣਿਆ ਹੋਇਆ, ਜਿਹੜਾ ਰੈਸਟੋਰੈਂਟ ਚਾਲੂ ਕੀਤਾ ਜਾਣਾ ਚਾਹੀਦਾ ਸੀਗਾ ਹੈਗਾ ਕਿ ਜਿਹੜੀ ਸੰਗਤ ਆਉਂਦੀ ਹੈ ਜਾਂ ਦੂਰ ਤੋਂ ਟੂਰਿਸਟ ਆਉਂਦਾ ਹੈਗਾ ਅਤੇ ਉਹ ਉੱਥੇ ਆ ਕੇ ਆਪਣਾ ਲੰਗਰ ਛਕ ਸਕਦਾ ਹੈਗਾ, ਔਰ ਉਹਦੇ ਜੋ ਸਰਕਾਰ ਪ੍ਰਾਈਜ਼ ਰੱਖਦੀ ਉਹ ਸਰਕਾਰ ਨੂੰ ਦੇਣਾ ਚਾਹੀਦਾ। ਫਿਰ ਗਵਰਨਰ ਹਾਊਸ ਬਣਿਆ ਸੀਗਾ, ਉਹ ਨਹੀਂ ਚਾਲੂ ਕੀਤਾ ਗਿਆ। ਇਸ ਕਰਕੇ ਸਰਕਾਰ ਜਿਹੜੀ ਹੈ ਵਾਲਮੀਕ ਸਮਾਜ, ਵਾਲਮੀਕੀ ਮਜ਼੍ਹਬੀ ਸਮਾਜ ਲਈ ਬਹੁਤ ਹੀ ਜ਼ਿਆਦਾ ਸੁਚੇਤ ਨਹੀਂ ਹੈਗਾ। ਸਾਡੇ ਹਿੱਤਾਂ ਲਈ ਭਾਈ ਜੈਤਾ ਜੀ ਦਾ ਅਨੰਦਪੁਰ ਸਾਹਿਬ ਦੇ ਵਿੱਚ ਪਿਛਲੀ ਸਰਕਾਰ ਵੇਲੇ ਉਹਨਾਂ ਦਾ ਯਾਦਗਾਰ ਜਿਹੜਾ ਕਿ ਪਿਛਲੀ ਗੌਰਮੈਂਟ ਨੇ ਬਣਾਇਆ ਸੀਗਾ ਹੈਗਾ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਯਾਦਗਾਰ ਬਣੇ, ਉਹਨਾਂ ਦੀ ਬਣਾਈ ਸੀਗੀ, ਪਰ ਉਹ ਵੀ ਇਹਨਾਂ ਨੇ ਬਿਲਕੁਲ ਨਹੀਂ ਬਣਾਈ, ਉਹਦੇ ਵੱਲ ਕੋਈ ਇਹਨਾਂ ਦਾ ਧਿਆਨ ਨਹੀਂ ਹੈਗਾ। ਇਸ ਕਰਕੇ ਸਰਕਾਰ, ਚਲੋ ਅਸੀਂ ਮੰਨਦੇ ਹਾਂ ਕੋਵਿਡ ਦਾ ਕਰਕੇ ਸਾਰੀ ਪ੍ਰੋਬਲਮ ਖੜੀ ਹੋਈ ਹੈ, ਬਹੁਤ ਸਾਰੀ ਚੀਜ਼ਾਂ ਜਿਹੜੀਆਂ ਰੁਕੀਆਂ ਪਈਆਂ ਨੇ, ਹਾਂ ਕੋਵਿਡ ਦਾ ਕਰਕੇ ਰੁਕੀ ਹੋਈਆਂ ਹੈਗੀਆਂ, ਪਰ ਫਿਰ ਵੀ ਜਿਹੜੇ ਸਮਾਜਿਕ ਕੰਮ ਚੱਲਦੇ ਪਏ ਉਹਦੇ ਨਾਲ ਜਿਹੜੇ ਹੈਗੇ ਆ, ਜਿਹੜੇ ਇਹ ਵੀ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਹੈਗਾ ਗੌਰਮੈਂਟ ਨੂੰ ਹੈਗਾ, ਮੇਰਾ ਵੋਟਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਹੈਗਾ। ਜੋ ਸਮਾਜਿਕ ਮੁੱਦੇ ਹੈ ਉਹ ਸਮਾਜ ਦੇ ਹਵਾਲੇ ਕਰ ਦੇਣੇ ਚਾਹੀਦੇ ਹੈਗੇ। ਜਿੱਦਾਂ ਕਿ ਵਾਲਮੀਕੀ ਤੀਰਥ ਸਰਕਾਰ ਨਹੀਂ ਸਾਂਭ ਸਕਦੀ ਤਾਂ ਉਹ ਵਾਲਮੀਕ ਸਮਾਜ, ਜਿਹੜਾ ਸਮਾਜ ਉਸ ਸਥਾਨ ਦੀ ਦੇਖਭਾਲ ਕਰਦਾ ਹੈ, ਉਹਨੂੰ ਦਿੱਤਾ ਜਾਵੇ, ਉਹਨਾਂ ਦੀ ਕਮੇਟੀ ਬਣਾਈ ਜਾਵੇ ਹੈਗਾ, ਤਾਂ ਕਿ ਉਹ ਆਪਣੇ ਢੰਗ ਨਾਲ ਇਹਨੂੰ ਚਲਾਉਣ ਹੈਗਾ। ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈਗਾ ਪ੍ਰਭੂ ਵਾਲਮੀਕ ਜੀ ਮਹਾਰਾਜ ਦਾ ਤੀਰਥ ਵਾਲਮੀਕ ਸਮਾਜ ਦੇ ਹਵਾਲੇ ਕੀਤਾ ਜਾਵੇ, ਤਾਂ ਕਿ ਇਹ ਸਮਾਜ ਜਿਹੜਾ ਹੈਗਾ, ਇਹ ਸਮਾਜ ਦੇ ਸੰਤ ਹੈਗੇ ਹੈ ਅਤੇ ਮਹਾਂਪੁਰਸ਼ ਹੈਗੇ ਹੈ, ਇੱਥੋਂ ਰੋਜ਼ ਕੀਰਤਨ ਹੋਵੇ, ਰੋਜ਼ ਸਤਸੰਗ ਹੋਵੇ, ਭਗਵਾਨ ਵਾਲਮੀਕ ਜੀ ਮਹਾਰਾਜ ਦੀ ਬਾਣੀ ਦਾ ਰੋਜ਼ ਲਾਈਵ ਪ੍ਰਸਾਰਨ ਹੋਵੇ। ਇਹ ਗੌਰਮੈਂਟ ਨਹੀਂ ਸਾਡੀ ਗੱਲ ਸੁਣਦੀ। ਪਿਛਲੇ ਟਾਈਮ 2017 ਦੇ ਵਿੱਚ ਮੈਂ ਇੱਕ ਦਿਨ ਗੁਰਦੀਪ ਬਾਈ ਜੀ ਨੂੰ ਮਿਲਣ ਵਾਸਤੇ ਗਿਆ, ਮਿਲਣ ਲਈ ਗਏ ਅਤੇ ਬਾਈ ਸਾਹਿਬ ਨੂੰ ਅਸੀਂ ਕਿਹਾ ਕਿ ਬਾਈ ਜੀ ਤੁਸੀਂ ਫਾਸਟਵੇ ਚੈਨਲ ਤੋਂ ਦਰਬਾਰ ਸਾਹਿਬ ਤੋਂ ਲਾਈਵ ਕਰਦੇ ਹੋ, ਮਾਤਾ ਕਾਲੀ ਮੰਦਿਰ ਪਟਿਆਲੇ ਤੋਂ ਲਾਈਵ ਕਰਦੇ ਹੋ, ਅਨੰਦਪੁਰ ਸਾਹਿਬ ਤੋਂ ਲਾਈਵ ਕਰਦੇ ਹੋ, ਹੋਰ ਵੀ ਬਹੁਤ ਸਾਰੇ ਧਾਰਮਿਕ ਸਥਾਨ ਆ ਜਿੱਥੋਂ ਤੁਸੀਂ ਲਾਈਵ ਕਰਦੇ ਹੋ, ਅਤੇ ਬਾਈ ਜੀ ਸਾਡੇ ਤੀਰਥ ਤੋਂ ਲਾਈਵ ਹੋ ਜਾਵੇ ਤਾਂ ਬਹੁਤ ਚੰਗੀ ਗੱਲ ਹੈਗਾ, ਸਾਨੂੰ ਖੁਸ਼ੀ ਹੋਵੇਗੀ ਹੈਗਾ ਕਿ ਪ੍ਰਭੂ ਵਾਲਮੀਕ ਜੀ ਮਹਾਰਾਜ ਦੇ ਦਰਸ਼ਨ, ਸਾਡਾ ਭਾਈਚਾਰਾ ਜਿਹੜਾ ਹੈਗਾ
ਬਹੁਤ ਸਧਾਰਨ ਤਰੀਕੇ ਦਾ ਭਾਈਚਾਰਾ ਹੈਗਾ, ਪਿੰਡਾਂ 'ਚ ਰਹਿੰਦਾ ਹੈ ਅਤੇ ਉਹਨਾਂ ਨੂੰ ਭਗਵਾਨ ਵਾਲਮੀਕ ਜੀ ਮਹਾਰਾਜ ਦੇ ਦਰਸ਼ਨ ਹੋ ਸਕਦੇ ਹੈ। ਕੰਮਕਾਰ ਵਾਲੇ ਬੰਦੇ ਹੈਗੇ ਹੈ, ਘਰਾਂ 'ਚ ਬੈਠ ਕੇ ਗੁਰੂ ਮਹਾਰਾਜ ਦਰਸ਼ਨ ਕਰ ਲੈਣਗੇ, ਮਹਾਰਾਜ ਦਾ ਚਲੋ ਪਾਠ ਸੁਣ ਲੈਣਗੇ। ਤੁਸੀਂ ਇਹ ਕਿਰਪਾ ਕਰੋ ਹੈਗਾ। ਅਤੇ ਉਹ ਬਾਈ ਜੀ ਨੇ ਵਾਲਮੀਕੀ ਤੀਰਥ ਦੇ ਉੱਪਰ ਫਾਸਟਵੇ ਚੈਨਲ ਲਾਉਣ ਵਾਸਤੇ ਵਚਨ ਦਿੱਤਾ ਅਤੇ ਉਹਨਾਂ ਨੇ ਉੱਥੇ ਤਾਰ ਪਵਾਈ ਸਾਡੇ ਕਹਿਣ 'ਤੇ ਹੈਗਾ। ਉਹਨਾਂ ਨੇ ਇੱਕ ਟੀਮ ਗਠਿਤ ਕੀਤੀ ਅਤੇ ਜਿਸ ਟੀਮ ਦੇ ਵਿੱਚ ਉਹਨਾਂ ਨੇ ਸਾਨੂੰ ਹੈੱਡ ਲਿਆ ਵੀ ਤੁਸੀਂ ਸਾਡੇ ਨਾਲ ਸਾਥ ਦਿਓ, ਅਸੀਂ ਤੁਹਾਡਾ ਲਾਈਵ ਪ੍ਰੋਗਰਾਮ ਕਰਾਵਾਂਗੇ ਹੈਗਾ। ਪਰ ਉਸ ਟਾਈਮ ਦੇ ਜਿਹੜੇ DCC ਦੇ ਹੈਗਾ ਸਰਦਾਰ ਕੁਲਦੀਪ ਸਿੰਘ, ਉਹਨਾਂ ਨੇ ਸਾਡੀ ਗੱਲ ਸੁਣੀ ਨਹੀਂ ਹੈਗਾ। ਪਹਿਲਾਂ ਕਹਿਤਾ ਕਿ ਤੁਹਾਡਾ ਇਹ ਫਾਸਟਵੇ ਚੈਨਲ ਇੱਥੇ ਚੱਲੂਗਾ। ਦੁਬਾਰਾ ਜਦੋਂ ਅਸੀਂ ਉੱਥੇ ਲੈ ਕੇ ਗਏ, ਵਾਲਮੀਕੀ ਯੋਗ ਵਾਸਿਸ ਲੈ ਕੇ ਗਏ, ਰਮਾਇਣ ਲੈ ਕੇ ਗਏ, DC ਸਾਹਿਬ ਕਹਿਣ ਲੱਗੇ ਤੁਸੀਂ ਪਾਠ ਕਾਹਦਾ ਕਰੋਗੇ? ਅਸੀਂ ਕਹੇ ਪਾਠ ਅਸੀਂ ਵਾਲਮੀਕ ਮਹਾਰਾਜ ਦੇ ਕਰਾਂਗੇ, ਰਮਾਇਣ ਦਾ ਕਰਾਂਗੇ, ਯੋਗ ਵਾਸਿਸ ਦਾ ਕਰਾਂਗੇ, ਮਹਾਂਪੁਰਸ਼ਾਂ ਦੀ, ਸੰਤ ਕਬੀਰ ਜੀ, ਗੁਰੂ ਰਵਿਦਾਸ ਮਹਾਰਾਜ, ਸਾਡੇ ਬਹੁਤ ਸਾਰੇ ਮਹਾਂਪੁਰਸ਼ ਹੈ, ਉਹਨਾਂ 'ਤੇ ਵੀ ਗੱਲ ਕਰਾਂਗੇ ਅਸੀਂ ਹੈਗਾ। ਬਣਦੀ ਗੱਲ ਕਿ ਸਰਕਾਰ ਨੇ ਉਸ ਟਾਈਮ DC ਸਾਹਿਬ ਨਾ ਕਰ ਦਿੱਤੀ ਹੈਗਾ। ਅਸੀਂ ਚੁੱਪ ਕਰਕੇ ਬੈਠ ਗਿਆ ਹੈਗਾ। ਤਾਂ ਭਾਵ ਹੈਗਾ ਕਿ ਸਰਕਾਰ ਬਾਰ-ਬਾਰ ਸਾਡੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੀ ਹੈ, ਭਗਵਾਨ ਵਾਲਮੀਕ ਜੀ ਮਹਾਰਾਜ ਦੇ ਪਵਿੱਤਰ ਤੀਰਥ ਦੀ ਬੇਅਦਬੀ ਕਰਦੀ ਹੈਗੀ ਹੈ। ਜੇ ਸਰਕਾਰ ਨਹੀਂ ਸਾਂਭ ਸਕਦੀ, ਤੀਰਥ ਦੀ ਨਹੀਂ ਦੇਖਭਾਲ ਕਰ ਸਕਦੀ, ਸਰਕਾਰ ਕੋਲ ਨਹੀਂ ਟਾਈਮ ਹੈਗਾ, ਅਤੇ ਸਮਾਜ ਦੇ ਹਵਾਲੇ ਕਰ ਦੇਵੇ। ਕਾਹਦੇ ਲਈ ਸਮਾਜ ਨੂੰ ਐਵੇਂ ਦੁੱਖ ਦਿੰਦੀ ਹੈਗੀ ਹੈ? ਸਾਨੂੰ ਬਾਰ-ਬਾਰ TV 'ਤੇ ਬੋਲਣਾ ਪੈਂਦਾ, ਸਰਕਾਰ ਦੇ ਖਿਲਾਫ ਬੋਲਣਾ ਪੈਂਦਾ ਹੈਗਾ। ਅਤੇ ਜੇ ਸਰਕਾਰ ਸਾਨੂੰ ਦੇ ਦਊਗੀ, ਸਾਨੂੰ ਕੀ ਲੋੜ ਸਰਕਾਰ ਦੇ ਖਿਲਾਫ ਬੋਲਣ ਦੀ? ਇਸ ਕਰਕੇ ਸਰਕਾਰ ਜਿਹੜੀ ਹੈਗੀ ਹੈ ਸਾਰੇ ਡਰਾਮੇ ਕਰਦੀ ਪਈ ਹੈਗੀ ਹੈ। ਵਾਲਮੀਕ ਮਹਾਰਾਜ 'ਤੇ ਵਾਲਮੀਕ ਸਮਾਜ ਦੀਆਂ ਵੋਟਾਂ ਲੈਣ ਵਾਲੇ, ਇਹਨਾਂ ਦੀ ਗੱਲਾਂ ਕੁਛ ਹੋਰ ਹੁੰਦੀਆਂ ਹੈਗੀਆਂ। ਔਰ ਜਦੋਂ ਵੋਟਾਂ ਲੈ ਲੈਂਦੀ ਕਾਂਗਰਸ ਪਾਰਟੀ, ਉਦੋਂ ਇਹਦੇ ਤੇਵਰ ਹੀ ਬਦਲ ਜਾਂਦੇ ਹੈਗੇ ਆ। ਸਾਨੂੰ ਇਹ ਇੱਦਾਂ ਸਮਝਦੀ ਹੈ ਕਿ ਜਿੱਦਾਂ ਅਸੀਂ ਇੱਥੇ ਬੇਸਹਾਰਾ ਹੈਗੇ ਹਾਂ, ਸਾਡਾ ਇੱਥੇ ਕੋਈ ਹੈ ਹੀ ਨਹੀਂ ਹੈਗਾ। ਇਸ ਕਰਕੇ ਜੇ ਸਰਕਾਰ ਇੱਦਾਂ ਕਰਦੀ ਹੈ, ਸਾਨੂੰ ਕਦੇ ਇਹਨਾਂ ਨੂੰ ਵੋਟਾਂ ਨਹੀਂ ਪਾਉਣੀਆਂ ਚਾਹੀਦੀਆਂ। ਇਹ ਸਰਕਾਰ ਦੇ ਖਿਲਾਫ ਹੋਣਾ ਚਾਹੀਦਾ ਹੈ। ਔਰ ਵੈਸੇ ਵੀ ਕਾਂਗਰਸ ਸ਼ੁਰੂ ਤੋਂ ਲਾ ਕੇ ਸਾਡੇ ਸਮਾਜ ਦੇ ਐਂਟੀ ਰਹੀ ਹੈ, ਐਂਟੀ ਆਫ ਗਵਰਨਮੈਂਟ ਰਹੀ ਹੈ। ਕਦੇ ਵੀ ਇਹਨੇ ਵਾਲਮੀਕ ਸਮਾਜ ਦੇ ਹਿੱਤ ਦੀ ਗੱਲ ਨਹੀਂ ਕੀਤੀ। ਵਾਲਮੀਕ ਸਮਾਜ ਦੇ ਹਿੱਤ ਦੀ ਗੱਲ ਕਰਦੀ ਨਹੀਂ ਗਵਰਨਮੈਂਟ ਹੈਗੀ। ਇਸ ਕਰਕੇ ਸਾਧ ਸੰਗਤ ਜੀ, ਇਹੀ ਸਾਡੀ ਬੇਨਤੀ ਹੈ ਕਿ ਜੇ ਇਹੋ ਜਿਹੇ ਬੰਦੇ ਇਹਨਾਂ ਨੂੰ ਮੂੰਹ ਨਾ ਲਾਓ ਹੈਗਾ, ਇਹਨਾਂ ਨੂੰ ਨਕਾਰ ਦਿਓ ਹੈਗਾ। ਇਸ ਵਾਰੀ ਇਹਨਾਂ ਨੂੰ ਕੋਈ ਵੋਟਾਂ ਨਾ ਦਿਓ, ਇਹਨਾਂ ਨੂੰ ਮੂੰਹ ਨਾ ਲਾਓ। ਇਹ ਵਾਲਮੀਕ ਮਹਾਰਾਜ ਦੀ ਵੀ ਬੇਅਦਬੀ ਕਰਦੀ ਹੈਗੀ ਹੈ ਅਤੇ ਵਾਲਮੀਕ ਸਮਾਜ ਦੇ ਕੋਈ ਇਹਨਾਂ ਨੇ ਮਿਨਿਸਟਰ ਨਹੀਂ ਬਣਾਇਆ, 9 MLA ਹੈਗੇ ਹੈ। ਔਰ ਖ਼ਾਸ ਕਰਕੇ ਸਾਡੇ ਅੰਮ੍ਰਿਤ ਖੋਸਲਾ ਜੀ ਸਿਟੀ ਵਾਲਮੀਕ ਸਭਾ ਦੇ ਪ੍ਰਧਾਨ ਹੈਗੇ ਹੈ, ਉਹ ਸ਼ੁਰੂ ਤੋਂ ਲਾ ਕੇ ਕਾਂਗਰਸੀ ਲੀਡਰ ਰਹੇ ਹੈਗੇ। ਮੈਂ ਕਈ ਵਾਰੀ ਮੈਨੂੰ ਨਾਲ ਲੈ ਕੇ ਗਿਆ ਕਿ ਬਾਬਾ ਜੀ ਸਾਡੇ 'ਤੇ ਵੀ ਕਾਂਗਰਸ ਨੂੰ ਕਹੋ ਮੈਨੂੰ ਕੁਛ ਦੇਵੇ, ਅਤੇ ਸਾਧ ਸੰਗਤ ਜੀ ਕਾਂਗਰਸ ਨੇ ਉਹਦੀ ਵਿਚਾਰੇ ਦੀ ਗੱਲ ਹੀ ਨਹੀਂ ਸੁਣੀ ਹੈਗਾ। ਕੁਛ ਨਹੀਂ ਲਾਇਆ ਵਿਚਾਰੇ ਨੂੰ ਹੈਗਾ। ਇੰਨਾ ਚਿਰ ਸੇਵਾ ਕੀਤੀ ਹੈਗੀ ਹੈ। ਇੱਥੇ ਲੱਲੂ ਪੰਜੂ ਨੂੰ ਕਿਸੇ ਨੂੰ ਚੇਅਰਮੈਨ ਲਾਇਆ, ਕਿਸੇ ਨੂੰ ਪ੍ਰਧਾਨ ਲਾਤਾ, ਕਿਸੇ ਨੂੰ ਕੁਛ ਲਾਤਾ ਹੈਗਾ। ਉਸ ਵਿਚਾਰੇ ਨੂੰ ਕੁਛ ਨਹੀਂ ਲਾਇਆ ਹੈਗਾ। ਆਖਰਕਾਰ ਉਹਨਾਂ ਨੇ ਇੱਕ ਲੈਟਰ ਜਿਹਾ ਦੇ ਦਿੱਤਾ ਹੈਗਾ ਵੀ ਤੂੰ ਦਲਿਤ ਵਿਕਾਸ ਬੋਰਡ ਦਾ ਸੈਕੰਡ ਡਿਪਟੀ ਮੈਂਬਰ ਹੈਗਾ ਅਤੇ ਉਹ ਵੀ ਉਹਨੂੰ ਲੈਟਰ ਨਹੀਂ ਦਿੱਤਾ ਅਜੇ ਤੱਕ ਹੈਗਾ। ਵਿਚਾਰ ਹੈਗੀ ਹੈ ਕਿ ਸਰਕਾਰ ਜਿਹੜੀ ਹੈ ਸਾਡਿਆਂ ਹਿੱਕਾਂ ਪ੍ਰਤੀ, ਸਾਡੇ ਸਮਾਜ ਪ੍ਰਤੀ ਪੂਰਾ ਸੁਚੇਤ ਨਹੀਂ ਹੈਗੀ। ਸਾਡੇ ਸਮਾਜ ਦੀ ਗੱਲ ਨਹੀਂ ਸੁਣਦੀ, ਸਾਡੇ ਲੀਡਰਾਂ ਦੀ ਗੱਲ ਨਹੀਂ ਸੁਣਦੀ ਹੈਗਾ। ਜੇ ਇਹੋ ਜਿਹੀ ਸਰਕਾਰ ਸਾਡੇ ਸਮਾਜ ਦੀ, ਸਾਡੇ ਲੀਡਰਾਂ ਦੀ, ਸਾਡੇ ਬੱਚਿਆਂ ਦੀ ਅਤੇ ਬੱਚਿਆਂ ਨੂੰ ਨੌਕਰੀ ਦਿੰਦੀ, ਉਹ ਸਰਕਾਰ ਨੂੰ ਕਦੇ ਮੂੰਹ ਨਹੀਂ ਲਾਣੀ ਜਿਹੜਾ ਸਰਕਾਰ ਸਾਡੇ ਹਿੱਤ ਦੀ ਗੱਲ ਨਹੀਂ ਕਰਦੀ। ਸਾਧ ਸੰਗਤ ਜੀ, ਅਸੀਂ ਜਿਹੜੇ ਹਾਂ ਸਾਰਿਆਂ ਦੇ ਸੇਵਾਦਾਰ ਹੈਗੇ ਹਾਂ, ਅਤੇ ਪਰ ਆਪਣੇ ਸਮਾਜ ਨਾਲ, ਆਪਣੇ ਸਮਾਜ ਦੀਆਂ ਭਾਵਨਾਵਾਂ ਨਾਲ ਜਦੋਂ ਖਿਲਵਾੜ ਹੁੰਦਾ ਸਾਨੂੰ ਦੁੱਖ ਲੱਗਦਾ ਹੈਗਾ। ਸਾਰਿਆਂ ਦਾ ਸਤਿਕਾਰ ਕਰਦੇ ਹਾਂ, ਸਾਰੀਆਂ ਪਾਰਟੀਆਂ ਦਾ ਅਸੀਂ ਮਾਣ ਕਰਦੇ ਹਾਂ, ਸਤਿਕਾਰ ਕਰਦੇ ਹਾਂ। ਤੇ ਬਾਬਾ ਜੀ, ਹੁਣ ਜੇ ਆਪਾਂ ਗੱਲ ਕਰੀਏ ਕਿ ਆਹ 2020 ਦੇ ਵਿੱਚ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਮਹਾਰਾਜ ਦੇ ਜਿਹੜਾ ਪ੍ਰਗਟ ਦਿਵਸ ਹੈਗਾ, ਉਹਦੇ 'ਤੇ ਜੋ ਸਰਕਾਰ ਨੇ ਅਲਾਟ ਕੀਤਾ ਸੀ 50 ਕਰੋੜ ਰੁਪਈਆ ਆਸ਼ਰਮ ਲਈ, ਉਹਦੇ 'ਤੇ ਅੱਗੇ ਹੁਣ ਕੀ ਪ੍ਰੋਸੈਸ ਹੈ ਕਿ ਉਹਦੇ ਬਾਰੇ ਕੀ ਨੌਲੇਜ ਆਪਾਂ ਨੂੰ? ਕਿਉਂਕਿ ਸਾਨੂੰ ਸਿਰਫ ਇੰਨਾ ਪਤਾ ਕਿ ਹਾਂਜੀ ਅਲਾਟ ਹੋਏ, ਉਹ ਤੋਂ ਅੱਗੇ ਦਾ ਪ੍ਰੋਸੈਸ ਕੀ ਆ ਸਰਕਾਰ ਵੱਲੋਂ? ਸਰਕਾਰ ਅਗਲਾ ਪ੍ਰੋਸੈਸ ਇਹ ਹੈ ਕਿ ਸਰਕਾਰ ਦਾ ਕੋਈ ਪਤਾ ਨਹੀਂ ਲੱਗਦਾ ਕੀ ਕਰ ਰਹੀ ਪਈ ਹੈਗੀ ਹੈ, ਕਿਉਂਕਿ ਉਹਦੇ ਵਿੱਚ ਜਿਹੜਾ ਸਰਾਂ ਦਾ ਫਰਨੀਚਰ ਸੀ ਦਾ, ਹੋਰ ਕਈ ਕੁਛ ਸੀ ਦਾ ਹੈਗਾ, ਅਤੇ ਗੌਰਮੈਂਟ ਕੁਛ ਨਹੀਂ ਕਰ ਰਹੀ ਉਸ ਜਗ੍ਹਾ 'ਤੇ, ਸਭ ਕੁਛ ਸਟੋਪ ਹੀ ਹੈਗਾ। ਅਤੇ ਅਸੀਂ ਇਸ ਤੋਂ ਕਾਫੀ ਪਰੇਸ਼ਾਨ ਹੈਗੇ ਹਾਂ ਕਿ ਸਰਕਾਰ ਨੂੰ ਜੋ ਕਰਨਾ ਚਾਹੀਦਾ ਉਹ ਕਰ ਨਹੀਂ ਰਹੀ ਹੈਗਾ, ਜਾਂ ਨਹੀਂ ਕਰਨਾ ਉਹ ਕਰ ਰਹੀ ਹੈਗੀ ਹੈ।
ਕਿ ਪਿਛਲੇ ਦਿਨ ਹੀ ਅਸੀਂ ਉੱਥੇ 2017 ਦੇ ਵਿੱਚ ਇੱਕ ਮਸ਼ੀਨ ਰੋਟੀਆਂ ਪਕਾਉਣ ਵਾਲੀ ਲਾਈ ਲੰਗਰ ਹਾਲ ਲਈ। ਸੰਗਤ ਜਿਹੜੀ ਕਈ ਵਾਰੀ ਉੜੀਸਾ ਤੋਂ, ਦਿੱਲੀ ਤੋਂ, ਪੰਜਾਬ ਤੋਂ ਵੀ ਅਲੱਗ-ਅਲੱਗ ਇਲਾਕਿਆਂ ਤੋਂ ਸੰਗਤ ਉੱਥੇ ਆਉਂਦੀ ਹੈਗੀ ਹੈ। ਲੰਗਰ ਦੀ ਬਹੁਤ ਕਿੱਲਤ ਸੀ ਦੀ ਹੈਗਾ, ਅਤੇ ਮੈਨੂੰ ਉੱਥੇ ਸਿਕਿਉਰਟੀ ਗਾਰਡ ਵੀ ਅਤੇ ਹੋਰ ਵੀ ਗੁਰੂ ਪਿਆਰੇ ਕਹਿੰਦੇ, ਅਤੇ ਮੈਂ ਉਦੋਂ ਫਿਰ ਕਈ ਬੰਦਿਆਂ ਨਾਲ ਆਪਣੇ ਮਹਾਰਾਜ ਵਾਲਮੀਕੀ ਸਭਾਵਾਂ ਨਾਲ ਗੱਲ ਕੀਤੀ ਹੈਗਾ ਕਿ ਆਪਾਂ ਨੂੰ ਚਾਹੀਦਾ ਕਿ ਉੱਥੇ ਲੰਗਰ ਹਾਲ ਮਸ਼ੀਨ ਚੜ੍ਹਾਈ ਜਾਵੇ ਹੈਗਾ। ਪਰ ਉਹ ਵੀ ਗੌਰਮੈਂਟ ਦੇ ਜਾਂ ਉੱਥੇ ਜਿਹੜਾ GM ਹੈਗਾ ਉਹਨੇ ਵੀ ਪੂਰਾ ਧਿਆਨ ਨਹੀਂ ਦਿੱਤਾ ਹੈਗਾ, ਉਹ ਵੀ ਬੰਦ ਪਈ ਉਸੇ ਤਰ੍ਹਾਂ ਹੈਗਾ। ਫਿਰ 2018 ਦੇ ਵਿੱਚ ਅਸੀਂ ਉੱਥੇ ਜਦੋਂ ਮੂਰਤੀ ਕਾਲੀ ਹੋਈ ਭਗਵਾਨ ਵਾਲਮੀਕ ਜੀ ਮਹਾਰਾਜ ਦੀ, ਅਤੇ ਉੱਥੇ ਪ੍ਰਭੂ ਵਾਲਮੀਕ ਜੀ ਮਹਾਰਾਜ ਦੀ ਮੂਰਤੀ 'ਤੇ ਸਦੀਪ ਜੀ ਹੈਗੇ ਬੜੈਚ ਜੀ, ਅਤੇ ਬਹਾਦਰ ਭੱਟੀ ਜੀ, ਅਤੇ ਭਗਵਾਨ ਵਾਲਮੀਕੀ ਮੰਦਰ, ਬੈਡਫੋਰਡ ਤਰਸੇਮ ਕਲਿਆਣ ਜੀ, ਅਤੇ ਸਾਰਿਆਂ ਨਾਲ ਮੈਂ ਗੱਲ ਕੀਤੀ ਹੈਗਾ। ਸਾਰਿਆਂ ਨੇ ਥੋੜ੍ਹੀ ਸੇਵਾ ਕੀਤੀ, ਕੁਛ ਅਸੀਂ ਆਪਣੇ ਕੋਲ ਕੀਤੀ, ਅਤੇ ਉੱਥੇ ਸੋਨਾ ਚੜ੍ਹਾਇਆ ਗਿਆ ਭਗਵਾਨ ਵਾਲਮੀਕ ਜੀ ਮਹਾਰਾਜ ਦੀ ਮੂਰਤੀ ਉੱਤੇ ਹੈਗਾ। ਅਤੇ 2018 ਦੇ ਵਿੱਚ ਮੈਂ ਕੈਨੇਡਾ ਗਿਆ, ਉੱਥੇ ਮੈਂ ਵਾਲਮੀਕੀ ਮੰਦਰ ਦੇ ਵਿੱਚ ਅਤੇ ਪ੍ਰਧਾਨ ਮੰਗਤ ਰਾਮ ਸੋਤਾ ਜੀ ਹੈਗੇ ਆ ਜਿਹੜੇ ਵਾਲਮੀਕ ਮੰਦਰ ਦੇ, ਉੱਥੇ ਸਤਸੰਗ ਹੋਇਆ ਬਹੁਤ ਵੱਡਾ ਵਾਲਮੀਕ ਮਹਾਰਾਜ ਦਾ। ਕਾਫੀ ਮਹਾਰਾਜ ਦੇ ਪਿਆਰੇ ਆਏ, ਅਤੇ ਅਸੀਂ ਸਾਰਿਆਂ ਨੂੰ ਬੇਨਤੀ ਕੀਤੀ, ਸਰਕਾਰ ਸਾਡੇ ਵੱਲ ਬਿਲਕੁਲ ਧਿਆਨ ਨਹੀਂ ਦੇਣਾ ਮੰਦਰ ਵੱਲ। ਉੱਥੇ ਪਰਦਿਆਂ ਵਾਸਤੇ 2.5 ਲੱਖ ਰੁਪਈਆ ਇਕੱਠਾ ਹੋਇਆ ਹੈਗਾ, ਅਤੇ ਉਹ ਪਰਦੇ ਅਸੀਂ ਲਵਾਏ ਵਾਲਮੀਕ ਮੰਦਰ ਆਸ਼ਰਮ ਦੇ ਵਿੱਚ, ਉੱਥੇ ਮੰਦਰ ਦੇ ਵਿੱਚ ਪਰਦੇ ਲਵਾਏ। ਹੋਰ ਕਈ ਪ੍ਰੋਗਰਾਮ ਜੈ ਭੀਮ ਚੈਨਲ ਨੂੰ ਵੀ ਅਸੀਂ ਸਪੋਰਟ ਕਰਦੇ ਰਹੇ, ਕਾਂਸੀ TV ਨੂੰ ਵੀ ਸਪੋਰਟ ਕਰਦੇ ਰਹੇ ਕਿ ਉੱਥੇ ਪ੍ਰੋਗਰਾਮ ਲੈਣ ਵਾਸਤੇ ਆਉਂਦੇ ਰਹੇ ਹੈਗੇ, ਪਰ ਸਰਕਾਰ ਵੱਲੋਂ ਕੋਈ ਉਪਰਾਲਾ ਨਹੀਂ ਹੈਗਾ। ਕਹਿਣ ਦਾ ਭਾਵ ਵੀ ਸਰਕਾਰ ਨੇ ਸਾਨੂੰ ਭव्य ਮੰਦਰ ਬਣਾਤਾ, ਹਾਂ, ਉੱਥੇ ਮੂਰਤੀ ਦੀ ਸਾਨੂੰ ਪਰਮਿਸ਼ਨ ਦਿੱਤੀ ਕਿ ਤੁਸੀਂ ਹਾਂਜੀ ਜੀ ਸਵਰਨ ਮੂਰਤੀ ਰੱਖ ਲਓ, ਪਰ ਉਸ ਤੋਂ ਬਾਅਦ ਉਹਦੀ ਤੇ ਦੇਖ ਰੇਖ ਕਰਨ ਬਾਰੇ ਕੁਝ ਸੋਚਿਆ ਨਹੀਂ। ਬਾਬਾ ਜੀ DC ਦੀਆਂ ਰੇਹੜੀਆਂ ਕੱਢਦੇ ਰਿਹਾ ਸੀ, ਮੈਂ ਤਾਂ 20 ਵਾਰੀ DC ਨਾਲ ਗੱਲਾਂ ਕਰਦਾ ਰਿਹਾ ਹੈਗਾ। ਪਤਾ ਨਹੀਂ ਕਿਹੜੀ ਉਹਦੇ ਦਿਮਾਗ ਦੇ ਵਿੱਚ ਗੱਲ ਵੜੀ ਹੋਈ ਹੈ, ਸਾਡੀ ਤਾਂ ਗੱਲ ਹੀ ਨਹੀਂ ਸੁਣਦਾ ਉਹ। ਜੇ ਉਹਨੂੰ ਕਹਿੰਦੇ ਹੈਗੇ ਆ ਅਤੇ ਉਹ ਕਹਿੰਦਾ ਹੈਗਾ GM ਨੂੰ ਜਾ ਕੇ ਮਿਲੋ, GM ਨੂੰ ਜਾ ਕੇ ਮਿਲੀਦਾ ਹੈਗਾ, GM ਕਹਿੰਦਾ ਹੈਗਾ DC ਨੂੰ ਮਿਲੋ ਹੈਗਾ। ਅਤੇ ਇੱਕ ਉੱਥੇ ਨੀਰਜ SHO ਲਾਇਆ ਹੈਗਾ, ਉਹਦੀ ਵਿਚਾਰੇ ਦੀ ਵੀ ਨਹੀਂ ਸੁਣਦੇ, ਉਹਨੂੰ ਕਹਿੰਦੇ ਚਾਰਜ ਲਾਇਆ ਹੈਗਾ। ਪਿਛਲੀ ਵਾਰੀ ਪ੍ਰਗਟ ਦਿਵਸ ਲਈ ਅਸੀਂ DC ਖਹਿਰੇ ਨੂੰ ਮਿਲੇ, ਮੇਰੇ ਨਾਲ ਜੋਗਿੰਦਰ ਮਾਨ ਜੀ ਗਏ, ਅਤੇ ਰਾਣਾ ਗੁਰਜੀਤ ਸਿੰਘ ਕੋਲੋਂ ਫੋਨ ਕਰਾਇਆ ਵੀ ਅਸੀਂ ਪ੍ਰਗਟ ਦਿਵਸ ਮਨਾਉਣਾ ਹੈਗਾ, ਸਾਨੂੰ ਪਰਮਿਸ਼ਨ ਚਾਹੀਦੀ ਹੈ। ਵਿਜੇ ਦਾਨਵ ਜੀ ਗਿਆ ਸਾਡੇ ਨਾਲ ਹੈਗਾ। ਭਾਵ ਅਰਥ ਹੈਗਾ ਕਿ ਵਾਲਮੀਕ ਮਹਾਰਾਜ ਦੇ ਤੀਰਥ ਲਈ ਸਰਕਾਰ ਕੋਲ ਸਮਾਂ ਵੀ ਨਹੀਂ ਹੈਗਾ, ਅਤੇ ਨਾ ਵਾਲਮੀਕੀ ਸੰਤਾਂ ਦੀ ਗੱਲ ਸੁਣਦੇ ਆ। ਅਸੀਂ ਕਹਿਣਾ, ਅਸੀਂ ਤੀਰਥ ਬਾਰੇ ਕਹਿਣਾ ਆਪਣੇ ਬਾਰੇ ਜਾਂ ਆਪਣੀ ਸਮਾਜ ਦੀ, ਸਾਡੀਆਂ ਥੋੜ੍ਹੀ ਬਹੁਤੀਆਂ ਪ੍ਰੋਬਲਮਾਂ ਸਮਾਜ ਦੀਆਂ ਹੈਗੀਆਂ। ਕਈ ਵਾਰੀ ਕਿਉਂਕਿ ਸਮਾਜ ਦੇ ਬੰਦਿਆਂ ਨੂੰ ਇਹ ਲੋਕ ਉਹਨਾਂ ਦੀ ਗੱਲ ਨਹੀਂ ਸੁਣਦੇ, ਉਹ ਸਾਨੂੰ ਵੀ ਆ ਕੇ ਕਹਿੰਦੇ ਆ। ਅਸੀਂ ਕਹਿੰਦੇ ਹਾਂ ਵੀ ਚਲੋ ਸਮਾਜ ਦੇ ਬੰਦਿਆਂ ਦੀ ਗੱਲ ਸੁਣੀ ਜਾਵੇ, ਮਹਾਰਾਜ ਦੇ ਤੀਰਥ ਦੀ ਗੱਲ ਸੁਣੀ ਜਾਵੇ, ਇਹਨਾਂ ਦੇ ਹਿੱਤਾਂ ਦੀ ਗੱਲ ਕੀਤੀ ਜਾਵੇ ਹੈਗਾ। ਪਰ ਸਰਕਾਰ ਜਿਹੜੀ ਹੈ, ਮੌਜੂਦਾ ਸਰਕਾਰ ਖਾਸ ਕਰਕੇ ਵਾਲਮੀਕ ਸਮਾਜ ਦੇ ਬਹੁਤਾ ਹੱਕ ਵਿੱਚ ਨਹੀਂ ਹੈ, ਨਾ ਹਿੱਤਾਂ ਦੀ ਗੱਲ ਹੀ ਕਰਦੀ ਹੈਗੀ ਹੈ। ਇਸ ਕਰਕੇ ਸਾਡੇ ਸਮਾਜ ਦੇ ਲੋਕ ਕਾਫੀ ਇਹ ਤੋਂ ਦੁਖੀ ਹੈ, ਪਰੇਸ਼ਾਨ ਹੈਗੇ ਹੈ, ਅਤੇ ਕਰ ਕੁਛ ਨਹੀਂ ਸਕਦੇ ਵਿਚਾਰੇ। ਪਰ ਇਹੀ ਹੈ ਵੀ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਸਬਕ ਸਿਖਾਇਆ ਜਾਵੇ ਹੈਗਾ, ਤਾਂ ਕਿ ਇਹਨਾਂ ਨੂੰ ਪਤਾ ਲੱਗ ਜਾਵੇ ਹੈਗਾ ਕਿ ਸਮਾਜ ਨਾਲ ਜੇ ਸਮਾਜ ਨੂੰ ਇਗਨੋਰ ਕਰਾਂਗੇ, ਸਮਾਜ ਕੀ ਕਰ ਸਕਦਾ ਹੈ। ਇਹ ਸਮਾਜ ਉਹ ਸਮਾਜ ਹੈ ਜਿਹੜਾ ਤਖਤੇ ਪੜ੍ਹ ਸਕਦਾ ਹੈਗਾ, ਹਿਸਟਰੀ ਬਦਲ ਸਕਦਾ ਹੈਗਾ। ਭਾਈ ਜੈਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਦਿੱਲੀ 'ਚੋਂ ਸੀਸ ਲੈ ਕੇ ਆਏ। ਭਗਵਾਨ ਵਾਲਮੀਕ ਜੀ ਮਹਾਰਾਜ ਨੇ ਸੀਤਾ ਮਾਤਾ ਨੂੰ ਸਹਾਰਾ ਦਿੱਤਾ, ਲਵ ਕੁਸ਼ ਨੂੰ ਵਿੱਦਿਆ ਦਿੱਤੀ ਹੈਗਾ। ਇਸ ਸਮਾਜ ਦੇ ਵਿੱਚ ਬਹੁਤ ਵੱਡੇ ਵੱਡੇ ਮਹਾਨ ਮਹਾਂਪੁਰਖ ਹੋਏ ਹੈ, ਯੋਧੇ ਹੋਏ ਹੈ। ਇਸ ਕਰਕੇ ਇਹਨਾਂ ਦੀ ਜ਼ਰੂਰੀ ਗੱਲ ਸੁਣਨੀ ਚਾਹੀਦੀ ਹੈ। ਇਹਨਾਂ ਦਾ ਵੀ ਸਮਾਜ 'ਚ ਜਿਵੇਂ ਕਿ ਤੁਸੀਂ ਮਾਣ ਸਤਿਕਾਰ ਹੋਣਾ ਤੁਸੀਂ DC ਸਾਹਿਬ ਦੇ ਲੀਲੜੀਆਂ, ਤੁਸੀਂ ਜਿਹੜੇ ਵਰਡ ਯੂਜ਼ ਕੀਤਾ, ਹੁਣ ਤੁਸੀਂ ਸਮਾਜ ਦੇ ਆਗੂ ਹੋ ਕੇ ਹੈ ਨਾ, ਕੌਮ ਦੇ ਇੱਕ ਆਗੂ ਹੋ ਕੇ ਸਰਕਾਰ ਦੇ ਜਾਂ ਕਹਿ ਲਓ ਕਿ ਪ੍ਰਸ਼ਾਸਨ ਨੇ ਗੱਲ ਨਹੀਂ ਸੁਣੀ ਜਾਂ ਮੰਨੀ ਨਹੀਂ, ਤਾਂ ਜੇ ਮੰਨ ਲਓ ਕਿ ਆਮ ਬੰਦਾ ਉਹਨਾਂ ਤੱਕ ਜਾਂਦਾ ਹੋਏਗਾ ਤਾਂ ਉਹਨਾਂ ਨੂੰ ਤਾਂ ਅੰਦਰ ਹੀ ਨਹੀਂ ਵੜਨ ਦਿੰਦੇ ਹੋਣੇ। ਨਾ ਬਾਬਾ ਜੀ, ਤਾਂ ਗੱਲ ਹੀ ਨਹੀਂ ਸੁਣਦੇ। ਬਹੁਤ ਸਾਰੇ ਲੋਕ ਸ਼ਿਕਾਇਤ ਕਰਦੇ ਹੈਗੇ ਆ ਕਿ ਅਸੀਂ ਉੱਥੇ ਭਗਵਾਨ ਵਾਲਮੀਕੀ ਜੀ ਦੀ ਕੈਸਟ ਰਿਕਾਰਡ ਕਰਨ ਵਾਸਤੇ ਗਏ, ਪਰਮਿਸ਼ਨ ਨਹੀਂ ਦਿੰਦੇ ਹੈਗੇ। ਜੇ ਗੱਲ ਕਰਦੇ ਹੈ ਕੋਈ ਕਹਿੰਦੇ ਹੈਗੇ ਆ ਵੀ ਉੱਥੇ ਪ੍ਰਸ਼ਾਦ ਦੀ ਗੱਲ ਕਰਦੇ ਹੈਗੇ ਆ, ਜਾਂ ਵਾਲਮੀਕ ਮਹਾਰਾਜ ਤੀਰਥ ਦੇ ਸੁਧਾਰ ਦੀ ਗੱਲ। ਕੁਛ ਲੋਕ ਪਿਛਲੇ ਦਿਨ ਅਮਰੀਕਾ ਤੋਂ ਆਏ ਹੈਗਾ, ਉਹਨਾਂ ਨੇ ਕਿਹਾ ਕਿ ਅਸੀਂ ਮੂਰਤੀ ਦੀ ਸਜਾਵਟ ਕਰਾ ਦਿੰਦੇ ਹਾਂ। ਇੱਕ ਵਾਰ ਦੀ ਗੱਲ ਐਸੀ ਨਾ, ਜਦੋਂ ਸੋਨਾ ਚਾੜਿਆ ਵਾਲਮੀਕ ਤੀਰਥ ਦੀ ਮੂਰਤੀ 'ਤੇ, ਮੇਰੇ ਮਨ 'ਚ ਆਇਆ ਹੈਗਾ ਵੀ ਚਲੋ ਅਸੀਂ ਇਹਨੂੰ ਗਲਾਸ ਲਵਾ ਦਿੰਦੇ ਹੈਗੇ ਹਾਂ, ਵੀ
ਜਿਹੜਾ ਉੱਥੇ ਮਿਊਚਰ ਆਉਂਦਾ ਹੈਗਾ ਉਧਰੋਂ ਅੰਦਰੋਂ ਸਰੋਵਰ 'ਚ ਆਉਂਦਾ ਹੈਗਾ ਤਾਂ ਕਾਲੀ ਹੁੰਦੀ ਹੈ। ਅਸੀਂ ਉੱਥੇ ਸਾਰਾ ਪ੍ਰੋਜੈਕਟ ਲਾਤਾ ਹੈਗਾ, 50,000 ਰੁਪਈਆ ਉਹਨੂੰ ਦਿੱਤਾ ਹੈਗਾ, ਸ਼ੀਸ਼ੇ ਵਾਲੇ ਮੁੰਡੇ ਨੂੰ, ਉਹਨੇ ਡਿਜ਼ਾਈਨ ਕਰ ਲਿਆ ਸ਼ੀਸ਼ਾ। ਇਹ ਲਾਉਣ ਲੱਗੇ ਹੈਗਾ, ਡੀ ਸਾਹਿਬ ਦਾ ਆਰਡਰ ਹੋ ਗਿਆ ਜੀ ਨਹੀਂ ਤੁਸੀਂ ਲਾ ਨਹੀਂ ਸਕਦੇ ਹੈਗਾ। ਅਸੀਂ ਕਰ ਵੀ ਕੁਛ ਨਹੀਂ ਸਕਦੇ ਸੀ ਹੈਗਾ। ਘਰ ਇਸ ਕਰਕੇ ਨਹੀਂ ਸਕਦੇ ਕਿ ਸਾਡੇ ਸਮਾਜ 'ਚ ਵੰਡੀਆਂ ਬਹੁਤ ਹੈਗੀਆਂ, ਗਰੁੱਪ ਬਹੁਤ ਹੈਗੇ ਹੈ, ਅਲੱਗ-ਅਲੱਗ ਗਰੁੱਪ ਦੇ ਅਲੱਗ-ਅਲੱਗ ਵਿਚਾਰ ਹੈਗੇ ਹੈ, ਅਲੱਗ-ਅਲੱਗ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ ਹੈਗੇ। ਮੈਨੂੰ ਕਹਿੰਦੇ, ਮੈਂ ਕਲਕੀ 2-4 ਨਾਲ ਕੀਤੀ ਹੈਗੀ, ਉਹਨੂੰ ਕੁਛ ਲੋਕ ਸਹਿਮਤ ਸੀ, ਕੁਛ ਨਹੀਂ ਸਹਿਮਤ ਸੀ ਦੀ, ਪਰ ਅਸੀਂ ਉਹ ਸਬਜੈਕਟ ਛੱਡ ਕੇ ਚੁੱਪ ਕਰ ਗਏ ਵੀ ਮਹਾਰਾਜ ਦਾ ਤੀਰਥ ਦੇ ਮੁੱਦੇ 'ਤੇ ਅਸੀਂ ਨਾ ਕੁਛ ਬੋਲੀਏ ਹੈਗਾ। ਅਸੀਂ ਚੁੱਪ ਕਰਕੇ ਆਪਣੇ ਆਸ਼ਰਮ ਆ ਗਿਆ ਹੈਗਾ। ਮੈਂ ਆਸ਼ਰਮ ਦੀਆਂ ਗਤੀਵਿਧੀਆਂ ਵਿੱਚ, ਆਪਣੇ ਡੇਰੇ ਦੀਆਂ ਗਤੀਵਿਧੀਆਂ 'ਚ ਲੱਗ ਗਿਆ ਹੈਗਾ। ਅਸੀਂ ਉੱਥੇ ਇੱਕ ਬੱਸ ਲਾਈ ਹੈ ਤੀਰਥ ਦੇ ਉੱਪਰ ਜਾਣ ਵਾਸਤੇ ਹੈਗਾ, ਕਿ ਸੰਗਤ ਜਿਹੜੀ ਹੈ ਕਾਰ ਸੇਵਾ ਕਰਨ ਜਾਂਦੀ ਹੈਗੀ ਹੈ, ਉਹਨਾਂ ਨੂੰ ਕੋਈ ਦਿੱਕਤ ਨਾ ਆਵੇ, ਆ ਜਾ ਸਕਦੀ ਹੈ, ਜਾਂ ਸਫਾਈ ਦਾ ਕਾਰਜ ਜਾਂ ਹੋਰ ਕੁਛ ਕੀਤਾ ਜਾਵੇ ਹੈਗਾ। ਅਤੇ ਉਹ 52 ਸੀਟਰ ਬੱਸ ਹੈਗੀ ਹੈ, ਜਿਹੜੀ ਕਿ ਪਿੰਡਾਂ ਵਿੱਚੋਂ ਹੁਣ ਵੀ ਜਾਂਦੀ ਹੈਗੀ ਹੈ। ਜਿੱਥੋਂ ਕੋਈ ਪਿੰਡ ਕਿੱਦਾਂ ਨਕੋਦਰ, ਜਲੰਧਰ ਹੈਗਾ, ਕਪੂਰਥਲਾ, ਸ਼ਾਹਕੋਟ, ਦੂਸਰੇ ਸ਼ਹਿਰਾਂ ਤੋਂ ਹਾਂਜੀ ਅਲੱਗ-ਅਲੱਗ ਸ਼ਹਿਰਾਂ ਜਾਂਦੀ ਹੈਗੀ ਹੈ। ਜਿੱਥੇ ਸੰਗਤ ਜਾਣਾ ਚਾਹਵੇ ਉੱਥੋਂ ਤੋਂ ਲੈ ਕੇ ਜਾਂਦੀ ਹੈਗੀ ਹੈ ਅਤੇ ਉੱਥੋਂ ਲੈ ਕੇ ਆਉਂਦੀ ਹੈਗੀ। ਹੋਰ ਕੋਈ ਕਾਰਜ ਨਹੀਂ ਬੱਸ ਦਾ ਇਸ ਦਾ। ਕਿੱਦਾਂ ਦਾ ਇੱਦਾਂ ਦੀ ਗੱਲਾਂ ਸਾਹਮਣੇ ਆਉਂਦੀਆਂ, ਮਤਲਬ ਕਿ ਜਿੱਥੇ ਆਸਥਾ, ਲੋਕਾਂ ਦੀ ਆਸਥਾ, ਸਾਡੇ ਲੋਕਾਂ ਦੀ ਆਸਥਾ ਜੁੜੀਆਂ ਹੁੰਦੀਆਂ ਨੇ, ਅਤੇ ਉਹਨਾਂ ਨੂੰ ਵੀ ਕਿੱਦਾਂ ਪੋਲੀਟਿਕਸ ਦੇ ਵਿੱਚ ਪਾ ਕੇ ਜਾਂ ਕਿੱਦਾਂ ਹੈ ਨਾ, ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਕਿ ਕਿਸੇ ਦੀ ਆਸਥਾ ਦੇ ਨਾਲ ਆਪਾਂ ਕਿਵੇਂ ਖਿਲਵਾੜ ਕਰਦੇ ਹਾਂ, ਹੈ ਨਾ। ਹੁਣ ਜਿਵੇਂ ਤੁਸੀਂ ਕਿਹਾ ਕਿ ਅਸੀਂ ਇੱਕ ਮੂਰਤੀ ਨੂੰ ਸਿਰਫ ਕਵਰ ਕਰਵਾਉਣਾ ਸੀਗਾ, ਸ਼ਾਇਦ ਕੁਛ ਸ਼ਰਾਰਤੀ ਤੱਤਵ ਕਹਿ ਲਓ, ਜਾਂ ਕਹਿ ਲਓ ਕਿ ਹਰ ਇੱਕ ਦੇ ਆਪਣੇ ਆਪਣੇ ਭਾਵ ਹੁੰਦੇ ਆ, ਨਹੀਂ ਰਲੇ, ਬਟ ਉਹ ਕਿਤੇ ਨਾ ਕਿਤੇ ਤੁਸੀਂ ਵੀ ਉਸ ਚੀਜ਼ ਬਾਰੇ ਵਧੀਆ ਸੋਚਿਆ ਕਿ ਸਾਡੀ ਮੂਰਤੀ ਖਰਾਬ ਨਾ ਹੋਵੇ। ਜਿਹੜੀ ਸਵਰਨ ਮੂਰਤੀ ਆ, ਬਾਰ-ਬਾਰ ਅਗਰ ਉਹ ਕਾਲੀ ਹੁੰਦੀ ਆ, ਉਹ ਟਾਈਮ ਪੈਂਦੇ ਉਹ ਸ਼ਾਇਦ ਉੱਤੇ ਕੋਈ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਨਾ ਕੋਈ ਘਾਟ ਹੋ ਜਾਂਦੀ ਤਾਂ ਉਹ ਨਾ ਹੋਵੇ, ਬਟ ਕਿਤੇ ਨਾ ਕਿਤੇ ਇਹ ਚੀਜ਼ਾਂ ਆ ਜਾਂਦੀਆਂ। ਉਹ ਬਈ ਚਲੋ ਕਹਿੰਦੇ ਜਿਹਦੇ ਵੀ ਚਲੋ ਸਾਡਾ ਮਹਾਰਾਜ ਦੀ ਮੂਰਤੀ ਹੈਗੀ ਹੈ। ਬਹੁਤ ਸਾਰੇ ਲੋਕ ਗਰੁੱਪਾਂ ਵਿੱਚ ਇੱਦਾਂ ਦੀਆਂ ਗੱਲਾਂ ਕਰਦੇ ਸੀ ਹੈਗਾ, ਅਤੇ ਫਿਰ ਮੈਂ ਕੁਛ ਬੰਦਿਆਂ ਨਾਲ ਗੱਲ ਕੀਤੀ, ਕੁਛ ਮੈਂ ਆਪਣੇ ਪੋਕਟ 'ਚ ਪੈਸੇ ਕੱਢੇ ਹੈਗਾ, ਅਤੇ ਚਲੋ ਮੈਂ ਕਿਹਾ ਤੀਰਥ ਦੇ ਮਹਾਰਾਜ ਦੀ ਮੂਰਤੀ ਜਿਹੜੀ ਹੈਗੀ ਹੈ ਇਹਨੂੰ ਗੋਲਡਨ ਚੜਾਇਆ ਜਾਵੇ। ਔਰ ਗਵਾਲੀਅਰ ਤੋਂ ਉਹਨੂੰ ਬੁਲਾਇਆ ਗਿਆ ਹੈਗਾ ਜਿਹਨੇ ਪਹਿਲਾਂ ਮੂਰਤੀ ਬਣਾਈ ਸੀ ਦੀ, ਅਤੇ ਉਹਨਾਂ ਨੂੰ ਉੱਥੋਂ ਸਪੈਸ਼ਲ ਬੁਲਾਇਆ ਗਿਆ। ਉਹਨੂੰ ਮੈਂ ਟਿਕਟ ਦੇ ਪੈਸੇ ਪਾਏ ਹੈਗਾ ਵੀ ਆਹ ਟਿਕਟ ਤੋਂ ਲੈ, ਮੂਰਤੀ ਦੇਖ ਕੇ ਜਾ, ਅਤੇ ਇਹਨੂੰ ਜਿੱਦਾਂ ਤੋਂ ਪਹਿਲਾਂ ਬਣਾਈ ਸੀ ਉੱਦਾਂ ਹੀ ਬਣਾ ਦੇ ਇਹਨੂੰ ਮੂਰਤੀ ਮਹਾਰਾਜ ਦੀ ਨੂੰ ਹੈਗਾ। ਜਿਨ੍ਹਾਂ ਨੇ ਬਣਾਈ ਸੀਗੀ ਪਹਿਲਾਂ ਉਹਨੂੰ ਹੀ ਬੁਲਾਇਆ, ਜਿਹਨੇ ਬਣਾਈ ਸੀ ਪਹਿਲਾਂ ਗਵਾਲੀਅਰ ਤੋਂ ਆਇਆ ਹੈਗਾ, ਜਿਹੜਾ ਮੂਰਤੀਕਾਰ ਬਣਾਉਂਦਾ ਹੈਗਾ, ਅਤੇ ਉਹਨੂੰ ਉੱਥੋਂ ਸਪੈਸ਼ਲ ਬੁਲਾਇਆ ਗਿਆ ਮੂਰਤੀ ਬਣਾਉਣ ਵਾਸਤੇ, ਮੂਰਤੀ ਦੁਬਾਰਾ। ਬਾਬਾ ਜੀ ਜਦੋਂ ਪਹਿਲਾਂ ਸਵਰਨ ਮੂਰਤੀ ਆਈ ਆ ਆਸ਼ਰਮ ਦੇ ਵਿੱਚ, ਉਹ ਸਾਰੇ ਪੂਰੇ ਪੰਜਾਬ ਦੇ ਵਿੱਚ ਕੌਮੀ ਦਰਸ਼ਨ ਕਰਾਏ ਹਰ ਇੱਕ ਸ਼ਹਿਰ ਦੇ ਵਿੱਚ, ਇਹ ਜਿਹੜਾ ਪ੍ਰੋਸੈਸ ਮਤਲਬ ਸਟਾਰਟਿੰਗ ਇਹ ਕਿੱਥੋਂ ਸ਼ੁਰੂ ਹੋਇਆ ਸੀਗਾ ਕਿ ਹਾਂਜੀ ਜੀ ਆਪਣੇ ਆਸ਼ਰਮ ਦੇ ਵਿੱਚ, ਵਾਲਮੀਕੀ ਆਸ਼ਰਮ ਦੇ ਵਿੱਚ ਜਿਹੜੀ ਮੂਰਤੀ ਆਏਗੀ ਉਹ ਸੋਨੇ ਦੀ ਆਏਗੀ? ਨਹੀਂ, ਇਹ ਸ਼ੰਭੂ ਬਾਰਡਰ 'ਤੇ ਆਈ ਸੀ, ਜਿਹਦੇ ਵਿੱਚ CM ਸਾਹਿਬ ਉਸ ਟਾਈਮ ਪ੍ਰਕਾਸ਼ ਸਿੰਘ ਬਾਦਲ ਸੀ ਦੇ ਹੈਗਾ ਬਾਦਲ ਸੀ ਦੇ ਹੈਗਾ, ਅਤੇ ਹੋਰ ਵੀ ਸਾਰੇ ਜਿੰਨੇ ਵੀ ਪੰਜਾਬ ਦੇ ਵਿੱਚ ਮਹਾਂਪੁਰਸ਼ ਹੈਗੇ ਆ, ਜਾਂ ਸਾਡੀਆਂ ਵਾਲਮੀਕੀ ਸੰਸਥਾਵਾਂ ਹੈਗੀਆਂ। ਉਸ ਤੋਂ ਇਲਾਵਾ ਹੋਰ ਵੀ ਅਲੱਗ-ਅਲੱਗ ਧਰਮਾਂ ਦੇ ਮਹਾਂਪੁਰਸ਼ ਵੀ ਉੱਥੇ ਆਏ ਸੀ ਦੇ, ਜਿਨ੍ਹਾਂ ਨੇ ਮੂਰਤੀ ਦਾ ਸਵਾਗਤ ਕੀਤਾ ਹੈਗਾ। ਮੂਰਤੀ ਦੇ ਸਵਾਗਤ ਵਾਸਤੇ ਸਾਰੇ ਲੋਕ ਖੜ੍ਹੇ ਸੀ ਉੱਥੇ ਆਇਆ ਹੈਗਾ। ਇਵੇਂ ਬਡੂੰਗਰ ਸਾਹਿਬ ਵੀ ਉੱਥੇ ਉਸ ਟਾਈਮ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ, ਉਹ ਵੀ ਉੱਥੇ ਆਏ ਹੋਏ ਸੀ ਹੈਗਾ। ਮੂਰਤੀ ਦੇ ਵਿਚਾਰ ਹੈਗਾ ਕਿ ਭਗਵਾਨ ਵਾਲਮੀਕ ਜੀ ਮਹਾਰਾਜ ਦਾ ਜਦੋਂ ਆਏ ਪੰਜਾਬ 'ਚ ਮੂਰਤੀ, ਸਾਰਿਆਂ ਨੇ ਸਨਮਾਨ ਕੀਤਾ ਉਹਦਾ ਉੱਥੇ ਹੈਗਾ। ਅਤੇ ਪੂਰੇ ਪੰਜਾਬ 'ਚ ਘੁਮਾਈ ਗਈ ਹੈਗਾ, ਜਗ੍ਹਾ ਜਗ੍ਹਾ ਉਹਨਾਂ ਦੇ ਜਿਹੜੇ ਸਵਾਗਤ ਵਾਸਤੇ ਮੂਰਤੀ ਦੇ ਜਿਹੜੀ ਮਤਲਬ ਪੰਜਾਬ ਸਰਕਾਰ ਵੱਲੋਂ ਪੁਲਿਸ ਲਾਈ ਗਈ ਸੀ ਹੈਗੀ, ਉਹ ਉਹਨੂੰ ਸਲੂਟ ਦਿੰਦੀ ਸੀ ਹੈਗਾ, ਉਹ ਸਵਾਗਤ ਕਰਦੀ ਸੀ। ਔਰ DC ਅਰੇਂਜ ਕਰਦਾ ਸੀ ਰੁਕਣ ਦਾ ਹੈਗਾ, ਖਾਣ ਪੀਣ ਦਾ, ਜਿਹੜਾ ਨਾਲ ਮਹਾਂਪੁਰਸ਼ ਸੀ ਦੇ ਹੈਗੇ ਜਾਂ ਸੰਤ ਸੀ ਦੇ ਹੈਗਾ। ਬਹੁਤ ਸਨਮਾਨ ਮਿਲਿਆ ਮੂਰਤੀ ਨੂੰ, ਔਰ ਸਾਰੇ ਸ਼ਹਿਰਾਂ ਵਿੱਚ, ਪਿੰਡਾਂ 'ਚ ਤਕਰੀਬਨ ਲਗਭਗ 8-9 ਦਿਨ ਮੂਰਤੀ ਘੁੰਮੀ ਹੈਗਾ। ਤਾਂ ਹੁਣ ਬਾਬਾ ਜੀ ਆਪਾਂ ਗੱਲ ਕਰਦੇ ਹਾਂ, ਚਲੋ ਇਹ ਤਾਂ ਸੀਗੀ ਕਿ ਸਾਡੀ ਜਿਹੜੀ ਸਾਰੀ ਇਸ ਕੌਮ ਦੀ, ਵਾਲਮੀਕੀ ਕੌਮ ਦੀ ਆਸਥਾ ਜੁੜੀ ਹੋਈ ਹੈ ਵਾਲਮੀਕੀ ਆਸ਼ਰਮ ਅੰਮ੍ਰਿਤਸਰ ਦੇ ਨਾਲ, ਅਤੇ ਉਹਨੂੰ ਆਪਾਂ ਉਸ ਟਾਈਮ ਵੀ, ਅਗਰ ਆਪਾਂ ਪੁਰਾਣੇ ਟਾਈਮ ਦੀ ਗੱਲ ਕਰੀਏ, ਉਦੋਂ ਵੀ ਸਾਡੀ ਕੌਮ ਨੇ ਬਹੁਤ ਜ਼ਿਆਦਾ ਸੰਘਰਸ਼ ਕੀਤਾ ਆਪਣੀ ਕੌਮ ਨੂੰ ਅੱਗੇ ਲਿਆਉਣ ਵਾਸਤੇ। ਫਿਰ ਸਾਡੇ ਕੁਛ ਕੌਮ ਦੇ ਆਗੂ ਬੰਦੇ ਅੱਗੇ ਆਏ, ਜਿਨ੍ਹਾਂ ਨੇ ਸਾਡੀ ਕੌਮ ਨੂੰ ਅੱਗੇ ਇੱਕ ਪੁਸ਼ ਦਿੱਤਾ, ਸੋ ਦੈਟ ਕਿ ਆਪਾਂ ਇੱਕ ਸਮਾਜ ਦੇ ਵਿੱਚ ਇੱਕ ਵਧੀਆ ਕਦਮ ਰੱਖ ਸਕੀਏ। ਉਹ ਹੋਇਆ ਵੀ ਹੈ ਕਿਤੇ ਨਾ ਕਿਤੇ, ਆਪਾਂ ਕਿਤੇ ਨਾ ਕਿਤੇ ਇਸ ਮਤਲਬ ਆਪਾਂ ਫਾਇਦਾ ਵੀ ਹੋਇਆ, ਜਾਂ ਕਹਿ ਲਓ ਕਿ ਕਿਉਂਕਿ ਹੁਣ ਜੇ ਆਪਾਂ ਸਭ ਤੋਂ ਵੱਡੀ ਗੱਲ ਕਰੀਏ ਸੰਵਿਧਾਨ ਦੀ, ਡਾਕਟਰ BR ਅੰਬੇਦਕਰ ਸਾਹਿਬ ਜਿਨ੍ਹਾਂ ਨੇ ਸਾਡਾ ਸੰਵਿਧਾਨ ਲਿਖਿਆ। ਹੁਣ ਜਦੋਂ ਸੰਵਿਧਾਨ ਦੇ ਵਿੱਚ ਕਹਿੰਦੇ ਜਦੋਂ ਗੱਲਾਂ ਜਿਹੜੀਆਂ ਲਿਖੀਆਂ ਗਈਆਂ, ਉਹ ਸਾਰੇ ਗ੍ਰੰਥ ਜਿੰਨੇ ਆਪਣੇ ਹੈਗੇ ਨੇ,
ਸਾਰੇ ਧਰਮਾਂ ਦੀ ਗੱਲ ਕਰੀ, ਸਾਰੇ ਗ੍ਰੰਥਾਂ ਨੂੰ ਮਿਲਾ ਕੇ ਇੱਕ ਸੰਵਿਧਾਨ ਬਣਿਆ, ਤੇ ਲੇਕਿਨ ਫਿਰ ਵੀ ਸਾਡੇ ਸਮਾਜ ਦੇ ਵਿੱਚ ਹਾਲੇ ਸਮਾਜ ਦੇ ਨਾਲ ਕਿਤੇ ਨਾ ਕਿਤੇ ਇਹ ਧੱਕਾ ਹੁੰਦਾ ਹੈ। ਕਿਉਂਕਿ ਤੁਸੀਂ ਆਗੂ ਹੋ ਕੌਮ ਦੇ, ਤੁਸੀਂ ਬਹੁਤ ਲੋਕਾਂ 'ਚ ਵਿਚਰਦੇ ਹੋ, ਬਹੁਤ ਲੋਕਾਂ ਨਾਲ ਗੱਲਾਂ ਕਰਦੇ ਹੋ, ਬਹੁਤ ਲੋਕ ਤੁਹਾਡੇ ਕੋਲ ਆਉਂਦੇ, ਤੁਹਾਡਾ ਆਪਣਾ ਡੇਰਾ ਹੈ ਪ੍ਰੋਪਰ, ਜਿਹਦੇ ਵਿੱਚ ਲੋਕੀ ਤੁਹਾਡੇ ਕੋਲ ਆਉਂਦੇ ਨੇ, ਸਤਸੰਗ ਹੁੰਦਾ ਹੈ, ਲੋਕੀ ਪ੍ਰੋਬਲਮਸ ਲੈ ਕੇ ਆਉਂਦੇ ਨੇ, ਗੱਲਾਂ ਕਰਦੇ ਨੇ, ਤੁਸੀਂ ਲੋਕਾਂ 'ਚ ਜ਼ਿਆਦਾ ਵਿਚਰਦੇ ਹੋ। ਨਹੀਂ ਦੇਖੋ, ਇੱਦਾਂ ਸਾਨੂੰ ਸਾਰੇ ਪਾਸੇ ਜਦੋਂ ਅਸੀਂ ਜਾਂਦੇ ਪਿੰਡਾਂ ਦੇ ਵਿੱਚ, ਇੱਕ ਪਿੰਡ ਆਉਂਦਾ ਹੈਗਾ ਭੰਡਾਲਾ ਦੋਨਾ, ਉੱਥੇ ਭੰਡਾਲ ਸਾਹਿਬ SP ਵੀ ਲੱਗੀ ਸਾਡੇ, ਉਸ ਪਿੰਡ ਦੀ ਮੈਂ ਵਾਲਮੀਕ ਮੰਦਿਰ ਦੀ ਗੱਲ ਸੁਣਾਵਾਂ। ਉੱਥੇ ਇੱਕ ਵਾਲਮੀਕ ਮੰਦਿਰ ਬਣਾਇਆ ਅਤੇ ਨਾਲ ਇੱਕ ਜ਼ਿਮੀਂਦਾਰਾਂ ਦਾ ਘਰ ਹੈਗਾ, ਅਤੇ ਉਹਨੇ ਉੱਥੇ ਤੇ ਪੰਚਾਇਤੀ ਜਗ੍ਹਾ ਸੀ, ਉੱਥੇ ਵਾਲਮੀਕ ਮੰਦਿਰ ਬਣਾਇਆ ਉਹਨਾਂ ਨੇ ਹੈਗਾ, ਅਤੇ ਉਹਨਾਂ ਦੇ ਜਗ੍ਹਾ ਹੈ ਨਹੀਂ ਸੀ, ਉਹੀ ਜਗ੍ਹਾ ਸੀ, ਔਰ ਖ਼ਾਸ ਕਰਕੇ ਉਹ ਵਾਲਮੀਕੀ ਸਮਾਜ ਦੇ ਢੇਰਾਂ ਦੀ ਜਗ੍ਹਾ ਸੀ, ਉਹ ਕਬਜ਼ਾ ਕੀਤਾ, ਛੁਡਾਇਆ ਜਦੋਂ ਉਹਨੇ ਕੇਸ ਕਰਤਾ ਹੈਗਾ। ਉਸ ਤੋਂ ਬਾਅਦ ਉਹਦਾ ਥੋੜ੍ਹਾ ਜਿਹਾ ਰਾਹ ਸੀਗਾ, ਜਿੱਦਾਂ ਕਿ ਜਿਹੜਾ ਰਾਹ ਦੇ ਵਿੱਚ ਥੋੜ੍ਹੀ ਜਿਹੀ ਜਗ੍ਹਾ, ਅੱਧਾ 2 ਮਰਲੇ, ਮਰਲਾ 1.5 ਮਰਲਾ ਆਉਂਦਾ ਹੋਣੀ ਹੈਗੀ ਹੈ, ਉਹ ਸਾਰਾ ਪਿੰਡ ਉੱਥੋਂ ਲੰਘਦਾ ਸੀਗਾ ਹੈਗਾ, ਅਤੇ ਉੱਥੇ ਉਹਨੇ ਕੰਧ ਕਰਤੀ ਵੱਡੀ ਸਾਰੀ, ਮੈਂ ਵੀ ਗਿਆ ਉੱਥੇ ਹੈਗਾ, ਉਹਦੇ ਸ਼ੈੱਡ ਪਾਤੀ ਹੈਗਾ, ਸ਼ੈੱਡ ਪਾਤੀ, ਅਤੇ ਮੈਂ ਉੱਥੇ ਗਿਆ ਅਤੇ ਮੈਂ ਉਹਨਾਂ ਨਾਲ ਗੱਲ ਵੀ ਕੀਤੀ ਹੈਗਾ। ਮੈਂ ਕਿਹਾ ਵੇਖੋ ਜੀ, ਆਪਾਂ ਉੱਧਰ ਲੰਗਰ ਲਾਉਣੇ ਆ, ਕਿੰਨੀਆਂ ਗੱਲਾਂ ਕਰਦੇ, ਗੁਰੂ ਮਹਾਰਾਜ ਨੂੰ ਮੰਨਦੇ ਹਾਂ, ਮਹਾਰਾਜ ਦੀ ਸੇਵਾ ਕਰਦੇ ਹੈਗੇ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਅਤੇ ਮੈਂ ਕਿਹਾ ਆਪਾਂ ਰਾਹ ਜਿਹੜਾ ਹੈਗਾ ਸਾਰੇ ਲੋਕ ਲੰਘਦੇ ਇੱਥੋਂ ਇਹ ਬੰਦ ਕਰ ਦਿੱਤਾ ਹੈਗਾ, ਮਾੜੀ ਗੱਲ ਹੈ, ਇੱਦਾਂ ਨਹੀਂ ਹੋਣਾ ਚਾਹੀਦਾ ਹੈਗਾ, ਕਿਉਂਕਿ ਇੱਥੇ ਸਾਰੇ ਲੋਕ ਜਿਹੜੇ ਹੈਗੇ ਆ ਕੰਮਾਂ ਧੰਦਿਆਂ ਵਾਲੇ ਰਹਿੰਦੇ ਆ, ਉਹ ਤੁਹਾਡੇ ਕੰਮ ਧੰਦਾ ਕਰਦੇ ਹੈਗੇ ਆ, ਕੋਈ ਖੱਤਿਆਂ 'ਚ ਕਰਦਾ ਹੈਗਾ, ਕੋਈ ਰਾਜ ਮਿਸਤਰੀ ਦਾ ਕਰਦਾ ਹੈਗਾ, ਅਤੇ ਕੋਈ ਕੰਮ ਕਰਦਾ ਹੈਗਾ, ਪਰ ਉਹਨੇ ਸਾਡੀ ਵੀ ਗੱਲ ਸੁਣੀ ਨਹੀਂ ਹੈਗਾ। ਅੱਜ ਵੀ ਉਹ ਕੰਧ ਮੌਜੂਦ ਹੈਗੀ ਹੈ, ਰਾਹ ਬੰਦ ਕੀਤਾ ਹੈਗਾ, ਇੱਥੋਂ ਲੰਘਣਾ ਹੋਵੇ ਸਾਰਾ ਪਿੰਡ ਘੁੰਮ ਕੇ ਉੱਥੇ ਆਉਣਾ ਪੈਂਦਾ ਹੈਗਾ, ਜਿੱਥੇ ਆਉਣਾ ਹੋਵੇ ਕਿਸੇ ਨੇ ਦੂਜੇ ਪਾਸੋਂ ਦੀ, ਤਾਂ ਸਾਰਾ ਪਿੰਡ ਘੁੰਮ ਕੇ ਆਉਣਾ ਪੈਂਦਾ ਹੈਗਾ। ਕਈ ਵਾਰੀ ਅਸੀਂ ਉਹ ਗੱਲ SSP ਸਾਹਿਬ ਕੋਲ ਵੀ, ਉਹ ਸਰਦਾਰ ਰਜਿੰਦਰ ਸਿੰਘ ਉੱਥੇ ਹੁੰਦੇ ਸੀ, ਉਹਨਾਂ ਨਾਲ ਵੀ ਕੀਤੀ ਸੀ ਵੀ ਇੱਦਾਂ ਦਾ ਕਰਕੇ ਹੋ ਰਹੀ ਹੈਗੀ ਹੈ, ਪਰ ਉਹਦਾ ਠੀਕ ਨਹੀਂ ਹੋਇਆ। ਉੱਦਾਂ ਹੀ ਹੁਣ ਉਹਦੀ ਸ਼ਿਕਾਇਤ ਜਿਹੜੀ ਹੈਗੀ ਹੈ, ਉਹਦੇ BDO ਸਾਹਿਬ ਆਏ ਸੀ ਅਤੇ ਵਿਚਾਰ ਹੈਗਾ ਪਿੰਡਾਂ 'ਚ ਧੱਕਾ ਤਾਂ ਹੁੰਦਾ ਬਹੁਤ ਸਾਡੇ ਬੰਦਿਆਂ ਨਾਲ ਹੈਗਾ, ਸਮਾਜਿਕ ਤੌਰ 'ਤੇ ਵੀ ਹੁੰਦਾ ਹੈਗਾ, ਰਾਜਨੀਤਿਕ ਤੌਰ 'ਤੇ ਵੀ ਹੁੰਦਾ ਹੈਗਾ, ਉਹ ਧਾਰਮਿਕ ਤੌਰ 'ਤੇ ਵੀ ਹੁੰਦਾ ਹੈਗਾ, ਚਲੋ ਇਹ ਹਾਲੇ ਫਿਰ ਵੀ, ਹਾਲੇ ਤਾਂ ਫਿਰ ਵੀ ਸਾਡੀ ਕੌਮ ਜੋ ਹੈ ਅੱਗੇ ਵੱਧ ਰਹੀ ਹੈ। ਆਪਾਂ ਦੇਸ਼ ਵਿਦੇਸ਼ਾਂ ਦੇ ਵਿੱਚ ਜਿਹੜਾ ਸਾਡਾ ਚੈਨਲ ਹੀ ਹੈ V24 TV, ਇਹ ਆਲ ਓਵਰ ਬਾਹਰ ਦੇਸ਼ ਦੇ ਵਿੱਚ ਵੀ ਚੱਲਦਾ, ਅਤੇ ਆਪਾਂ ਇਹਨੂੰ ਅਗਰ ਸੋਸ਼ਲ ਮੀਡੀਆ 'ਤੇ ਵੀ ਗੱਲ ਕੀਤੀ, ਆਲ ਓਵਰ ਗਲੋਬਲੀ ਚੈਨਲ ਵੀ ਚੱਲਦਾ, ਅਤੇ ਕਿਤੇ ਨਾ ਕਿਤੇ ਚਲੋ ਇਹ ਗੱਲਾਂ ਹਰ ਇੱਕ ਜਗ੍ਹਾ 'ਤੇ ਹੁੰਦੀਆਂ ਜ਼ਰੂਰ ਹੈ। ਚਲੋ ਆਪਾਂ ਇਹੀ ਆਸ਼ਾ ਕਰਦੇ ਹਾਂ, ਉਹ ਪਰਮਾਤਮਾ ਨੂੰ ਇਹ ਦੁਆ ਵੀ ਕਰਦੇ ਕਿ ਇਹ ਜਿਹੜੀ ਕੌਮ ਆ ਸਾਡੀ ਹੋਰ ਅੱਗੇ ਵਧੇ ਫੁੱਲੇ, ਅਤੇ ਸਾਨੂੰ ਵੀ ਸ਼ਾਇਦ ਕਿਤੇ ਨਾ ਕਿਤੇ ਸ਼ਾਇਦ ਜਿਹੜੀਆਂ ਗੱਲਾਂ ਨਹੀਂ ਪਤਾ ਉਹਨਾਂ ਨੂੰ ਸਾਨੂੰ ਵੀ ਪਤਾ ਲੱਗੇ। ਹੁਣ ਮੈਨੂੰ ਤੁਹਾਡੇ ਨਾਲ ਬਹਿ ਕੇ ਬਹੁਤ ਗੱਲਾਂ ਦਾ ਪਤਾ ਲੱਗਾ, ਕਿਉਂਕਿ ਤੁਸੀਂ ਵਿਚਰਦੇ ਹੋ, ਅਤੇ ਤੁਹਾਡੇ ਨਾਲ ਜਦੋਂ ਗੱਲਾਂ ਬਾਤਾਂ ਕਰਦੇ ਸਾਨੂੰ ਇੱਕ ਪਿਕਚਰ ਬਣ ਜਾਂਦੀ ਹੈ ਉਸ ਚੀਜ਼ ਦੀ। ਅਤੇ ਅੱਛਾ ਬਾਬਾ ਜੀ, ਤੁਸੀਂ ਲਾਸਟ ਜਾਂਦੇ ਇੱਕ ਮੈਸੇਜ ਸਾਰਿਆਂ ਨੂੰ, ਮਤਲਬ ਆਪਣੀ ਕੌਮ ਦੀ ਗੱਲ ਨਹੀਂ ਕਰਦਾ ਮੈਂ, ਹਰ ਇੱਕ ਜਿਹੜੇ ਵੀ ਆਪਾਂ ਨੇ ਇਸ ਟਾਈਮ ਦੇਖ ਰਹੇ ਨੇ, ਇੱਕ ਮੈਸੇਜ ਸੋ ਦੈਟ ਸਾਰਿਆਂ ਨੂੰ ਇੱਕ ਜ਼ਿੰਦਗੀ ਦੇ ਵਿੱਚ ਇੱਕ ਸਿੱਧੀ ਰਾਹ ਮਿਲੇ। ਸਿੱਧੀ ਰਾਹ ਵੀ ਸਾਨੂੰ ਸਾਰਿਆਂ ਰਲ ਮਿਲ ਕੇ ਰਹਿਣਾ ਚਾਹੀਦਾ, ਸਾਰਿਆਂ ਨੂੰ ਇੱਕ ਦੂਜੇ ਨਾਲ ਪਿਆਰ ਕਰਨਾ ਚਾਹੀਦਾ ਹੈਗਾ। ਦੇਖੋ ਧਰਮ ਜਾਤ ਜਿਹੜੀ ਹੈਗੀ ਹੈ, ਪ੍ਰਭੂ ਵਾਲਮੀਕ ਜੀ ਮਹਾਰਾਜ ਦੱਸਦੇ ਹੈਗੇ ਹੈ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਹੈ, ਮਾਨਸ ਕੀ ਜਾਤ ਸਭ ਏਕ ਪਛਾਨੋ, ਵੀ ਸਾਰੇ ਲੋਕ ਪਰਮਾਤਮਾ ਦੀ ਅੰਸ਼ ਹੈਗਾ, ਅਤੇ ਰਲ ਮਿਲ ਕੇ ਰਹਿਣਾ ਚਾਹੀਦਾ। ਸਾਨੂੰ ਸਾਰਿਆਂ ਨੂੰ ਇੱਕ ਦੂਸਰੇ ਨਾਲ ਪਿਆਰ ਕਰਨਾ ਚਾਹੀਦਾ। ਮਹਾਂਪੁਰਸ਼ ਸਾਰੇ ਸੰਸਾਰ ਦੇ ਸਾਂਝੇ ਹੁੰਦੇ ਹੈ। ਗੁਰੂ ਵਾਲਮੀਕ ਜੀ ਮਹਾਰਾਜ, ਸ੍ਰੀ ਗੁਰੂ ਨਾਨਕ ਦੇਵ ਜੀ, ਕਬੀਰ ਸਾਹਿਬ ਜੀ, ਸਤਿਗੁਰੂ ਗੁਰਦਾਸ ਜੀ ਮਹਾਰਾਜ, ਭਗਵਾਨ ਰਾਮ ਜੀ, ਸਾਰੇ ਸੰਸਾਰ ਦੇ ਸਾਰੇ ਮਹਾਂਪੁਰਸ਼ ਸਾਂਝੇ ਮਹਾਂਪੁਰਸ਼ ਹੁੰਦੇ ਹੈਗੇ ਆ, ਅਤੇ ਸਾਰਿਆਂ ਦਾ ਅਦਬ ਕਰਨਾ ਚਾਹੀਦਾ, ਸਨਮਾਨ ਕਰਨਾ ਚਾਹੀਦਾ, ਜਿਨ੍ਹਾਂ ਮਹਾਂਪੁਰਸ਼ਾਂ ਨੇ ਸਾਡੇ 'ਤੇ ਪਰਉਪਕਾਰ ਕੀਤਾ ਔਰ ਸਾਨੂੰ ਬੁੱਧੀ ਦਿੱਤੀ, ਗਿਆਨ ਵੰਡਿਆ, ਸਾਨੂੰ ਪ੍ਰੇਮ ਕੀਤਾ, ਉਹਨਾਂ ਮਹਾਂਪੁਰਸ਼ਾਂ ਦਾ ਜਿੰਨਾ ਵੀ ਸਤਿਕਾਰ ਹੋਏ ਥੋੜ੍ਹਾ ਜੀ। ਜੈ ਵਾਲਮੀਕੀ। ਬਾਬਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਸਟੂਡੀਓ ਆਏ, ਤੁਸੀਂ ਇੱਥੇ ਦੇਖਦੇ ਰਹੋ ਜੀ V24 TV। ਧੰਨਵਾਦ।